सिप्पी ने मैंने कहा मामा इन्हू झिड़कियो ना, क्योंकि सिप्पी कोले झूठ बोली भी मैं डिप्रैशन विच आ। 19 तरीक ਨੂੰ ਉਹਨੂੰ ਬੋਲਦੀ ਆ, ਤੁਸੀਂ ਦੇਖੋ ਇਹਦਾ ਮਤਲਬ ਸਮਝੋ। ਕਹਿੰਦੀ ਅੱਜ ਮੇਰੀ ਲਾਸਟ ਗੋਲੀ ਰਹਿ ਗਈ, ਕੱਲ ਨੂੰ ਮੇਰੀ ਦਵਾਈ ਖਤਮ ਹੋ ਜੂਗੀ, ਵੀ ਕੱਲ ਨੂੰ ਤਾਂ ਤੈਨੂੰ ਖਤਮ ਕਰ ਦੂੰ। ਰਾਈਫਲ ਚੱਕ ਲੈਂਦੀ ਸਿੱਪੀ ਨੂੰ ਆਪਣੇ ਘਰ, ਹੋ ਸਕਦਾ ਇਹਦੀ ਪਲੈਨਿੰਗ ਹੋਵੇ ਜਿਹੜਾ ਇਹ ਇੰਨਾ ਆਈ ਆ। ਜੇ ਸਾਡੇ ਸਿੱਪੀ ਨੇ ਉੱਥੇ ਮਾਰ ਦਿੰਦੀ ਨਾ, ਗਵਾਹੀ ਇਹਨੇ ਦੇਣੀ ਸੀ ਵੀ ਮੈਂ ਸਾਹਮਣੇ ਸੀ, ਦੋਨੋਂ ਭਰਾ ਲੜ ਪਏ, ਜ਼ਿੱਪੀ ਨੇ ਗੋਲੀ ਮਾਰੀ। उस लड़की ने मदर जज ने, पर ਤੁਹਾਨੂੰ ਇਨਸਾਫ ਵੀ ਉਸੇ ਪ੍ਰਣਾਲੀ ਤੋਂ ਮਿਲਣਾ ਹੈ, ਉਸ ਦੇ ਅੰਦਰ ਵਿਸ਼ਵਾਸ ਤਾਂ ਰੱਖਣਾ ਪਊ। ਪੂਰਾ ਵਿਸ਼ਵਾਸ ਹੈ ਜੀ। ਤੁਹਾਡੇ ਦਾਦਾ ਜੀ ਵੀ ਮੈਨੂੰ ਲੱਗਦਾ, ਮਾਈ ਗ੍ਰੈਂਡਫਾਦਰ ਹੀ ਵਾਸ ਆਲਸੋ ਹਾਈ ਕੋਰਟ ਜੱਜ, ਐਂਡ ਬਹੁਤ ਚੰਗੇ ਲੋਕ ਵੀ ਪਏ ਹੈ ਜੁਡੀਸ਼ਰੀ 'ਚ। ਤੇ ਆਪ ਵਕੀਲ ਨੇ, ਸਿੱਪੀ ਸਿੱਧੂ ਬਾਈ ਆਪ ਵਕੀਲ ਸੀ, ਤੁਹਾਡੇ ਜਿਹੜੇ ਸਹੁਰਾ ਸਾਹਿਬ ਨੇ ਉਹ ਜੱਜ ਰਹਿ ਚੁੱਕੇ ਨੇ। ਜੇ ਇਸ ਦੇਸ਼ ਦੇ ਅੰਦਰ ਤੁਹਾਡੇ ਵਰਗੇ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਤਾਂ ਕਿੰਨਾ ਕੁ ਤੁਹਾਨੂੰ ਹੁਣ ਇਸ ਵਕਤ ਆਸ ਹੈਗੀ ਹੈ ਇਨਸਾਫ? ਬੇਟੇ ਜੇ ਕਲਿਆਣੀ ਜੱਜ ਦੀ ਬੇਟੀ ਨਾ ਹੁੰਦੀ ਤਾਂ ਫਿਰ ਇਹ ਅਗਲੇ ਦਿਨ ਹੀ ਫੜੀ ਜਾਣੀ ਸੀ। ਇਹਦੇ ਡੈਡੀ, ਇਹਦੀ ਮੰਮੀ, ਇਹਨਾਂ ਨੇ ਆਪੇ ਘਰ ਵਿੱਚ ਰਲ ਕੇ ਇਹਨਾਂ ਨੇ ਪਲੈਨਿੰਗ ਕੀਤੀ ਹੈ, ਔਰ ਪ੍ਰੀ ਪਲੈਨਡ ਬਰੂਟਲ ਮਰਡਰ ਆ। ਔਰ ਸਿੱਪੀ ਦਾ ਇੰਨੀ ਬੁਰੀ ਤਰ੍ਹਾਂ ਕਤਲ ਕੀਤਾ, 4 ਫਾਇਰ ਕਿਹੜਾ ਬੰਦਾ ਮਾਰਦਾ ਹੁੰਦਾ। ਸਬੀਨਾ ਉਸ ਥੋੜ੍ਹੇ ਦਿਨ ਪਹਿਲਾਂ ਸਾਡੇ ਘਰ ਆ ਕੇ ਗਈ ਹੈ। ਸਬੀਨਾ ਦੇ ਨਾਨੀ ਨਾਨਾ ਤਾਂ ਸਾਡੇ ਘਰ ਆਏ ਸੀ ਦੋਨੋਂ ਜਾਣੇ। ਹੁਣ ਉਹ ਤਾਂ ਸਿਰਫ ਮੈਂ ਹੀ ਗਵਾਹ ਨਾ, ਉਹ ਤਾਂ ਕਹਿਣਗੇ ਮਾਂ ਝੂਠ ਬੋਲਦੀ ਆ। ਔਰ ਮੈਂ ਜੱਜ ਨੂੰ ਕਿਉਂ ਫਸਾਉਂਗੀ? 20 ਸਤੰਬਰ 2015 ਨੂੰ ਚੰਡੀਗੜ੍ਹ ਦੇ 27 ਸੈਕਟਰ ਵਿੱਚ ਦਿਨ ਦਿਹਾੜੇ ਇੱਕ ਨੈਸ਼ਨਲ ਸ਼ੂਟਰ ਸਿੱਪੀ ਸਿੱਧੂ ਨਾਮ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ। ਉਸ ਤੋਂ ਬਾਅਦ ਇਹ ਜਿਹੜਾ ਕੇਸ ਹੈ ਇਹ ਤਾਂ ਵੀ ਹਾਈ ਪ੍ਰੋਫਾਈਲ ਹੋ ਜਾਂਦਾ, ਕਿਉਂਕਿ ਇਸ ਕੇਸ ਦੇ ਨਾਲ ਇੱਕ ਸੀਨੀਅਰ ਜੱਜ ਦੀ ਜਿਹੜੀ ਕੁੜੀ ਦਾ ਨਾਮ, ਧੀ ਦਾ ਨਾਮ ਜੁੜ ਜਾਂਦਾ ਹੈ। ਉਸ ਤੋਂ ਬਾਅਦ ਇਸ ਕੇਸ ਦੇ ਅੰਦਰ ਉਸ ਲੜਕੀ ਨੂੰ ਜਿਹੜਾ 3 ਮਹੀਨੇ ਦੀ ਅਰੈਸਟ ਵੀ ਹੋ ਜਾਂਦੀ ਹੈ, ਪਰ ਉਸ ਤੋਂ ਬਾਅਦ ਬੇਲ ਮਿਲ ਜਾਂਦੀ ਹੈ। ਪਰ ਹੁਣ ਇਸ ਮਾਮਲੇ ਦੀ ਜਾਂਚ ਕਿਉਂਕਿ ਸੀਬੀਆਈ ਕਰ ਰਿਹਾ, ਸੀਬੀਆਈ ਬੇਲ ਦੀ ਕੈਂਸਲ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੁਖ ਕਰਦਾ ਤੇ ਉਹਨਾਂ ਦੇ ਨਾਲ ਪਰਿਵਾਰ ਦੇ ਜਿਹੜੇ ਸਿੱਪੀ ਸਿੱਧੂ ਹੋਰਾਂ ਦਾ ਪਰਿਵਾਰ ਵੀ ਸੀਬੀਆਈ ਜਿਹੜਾ ਸੁਪਰੀਮ ਕੋਰਟ ਦਾ ਰੁਖ ਕਰਦਾ। ਇਸ ਵਕਤ ਮੇਰੇ ਨਾਲ ਮੌਜੂਦ ਨੇ ਸਿੱਪੀ ਸਿੱਧੂ ਦੇ ਭਰਾ ਜੀਪੀ ਸਿੱਧੂ ਅਤੇ ਉਹਨਾਂ ਦੇ ਮਾਤਾ ਜੀ। ਸਭ ਤੋਂ ਪਹਿਲੇ ਤੁਹਾਡੇ ਦੋਵਾਂ ਦਾ ਸਵਾਗਤ ਹੈ। ਬਾਈ ਜੀ, ਮੈਂ ਜਾਣਨਾ ਚਾਹੂੰਗਾ ਕਿ ਸ਼ੁਰੂ ਤੋਂ ਹੀ ਜਿਹੜਾ, ਕਿਉਂਕਿ ਬਾਰ-ਬਾਰ ਇਹ ਜਦੋਂ ਮੈਂ ਸ਼ੁਰੂਆਤ ਦੇ ਵਿੱਚ ਵੀ ਇਹ ਗੱਲ ਕਹਿ ਰਿਹਾ ਕਿ ਇਹ ਕੇਸ ਇਸ ਲਈ ਹਾਈ ਪ੍ਰੋਫਾਈਲ ਹੋ ਜਾਂਦਾ ਕਿਉਂਕਿ ਜਿਹੜਾ ਇਸ ਦੇ ਨਾਲ ਜੱਜ ਦੀ ਧੀ ਦਾ ਨਾਮ ਜੁੜਿਆ ਹੋਇਆ, ਪਰ ਤੁਸੀਂ ਬਾਰ-ਬਾਰ ਉਸੇ ਨਾਮ ਦਾ ਕਿਉਂ ਜ਼ਿਕਰ ਕਰਦੇ ਹੋ? ਕਿਉਂ ਤੁਹਾਨੂੰ ਹਰ ਇੱਕ ਵਾਰ ਇਹ ਲੱਗਦਾ ਕਿ ਇਹ ਮਰਡਰ ਹੈ ਜਿਹੜਾ ਉਹ ਕਲੈਣੀ ਨੇ ਕੀਤਾ ਹੈ, ਜਦ ਕਿ ਜਿੰਨਾ ਕਿ ਮੈਂ ਸਿੱਪੀ ਸਿੱਧੂ ਹੋਰਾਂ ਨੂੰ ਜਾਣਦਾ ਉਹਨਾਂ ਦੇ ਪੋਲੀਟੀਕਲ ਲਿੰਕ ਵੀ ਸੀ, ਹੋ ਸਕਦਾ ਕੋਈ ਹੋਰ ਰੰਜਿਸ਼ ਹੋਵੇ। ਤੁਹਾਡੀ ਜਿਹੜੀ ਬਾਰ-ਬਾਰ ਸੁਣੀ ਹੈ ਉੱਥੇ ਕਿਉਂ ਆਉਂਦੀ ਹੈ? ਸਭ ਤੋਂ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਭਾਜੀ, ਤੁਹਾਡਾ ਮੈਂ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ, ਤੁਸੀਂ ਸਾਨੂੰ ਟਾਈਮ ਦਿੱਤਾ। ਹਾਂਜੀ, ਮੇਰੇ ਜੀ ਵੱਡੇ ਭਾਈ ਸਾਹਿਬ ਸੀਗੇ ਜੀ ਸਿੱਪੀ ਸਿੱਧੂ। ਹੀ ਗੋਟ ਮਰਡਰਡ ਔਨ 20 ਸਪਟੈਂਬਰ 2015 ਐਂਡ ਭਾਜੀ ਫਰੋਮ ਦ ਡੇ 1 ਸਾਨੂੰ ਤਾਂ ਪਤਾ ਹੈ ਕਿ ਕਿਹਨੇ ਮਰਡਰ ਕੀਤਾ ਹੈ। ਫਰੋਮ ਦ ਡੇ 1 ਵੀ ਆਰ ਸੇਇੰਗ ਕਿ ਆਹ ਜਿਹੜੀ ਆਹ ਕੁੜੀ ਹੈ ਕਲਿਆਣੀ, she is involved in the murder of my brother and ਮੈਂ ਫੇਰ ਤੁਹਾਡੇ ਬਿਕੋਜ਼ ਮੈਂ ਸਾਰੇ ਚੈਨਲਸ ਉੱਤੇ ਆਹੀ ਗੱਲ ਕਰ ਰਹੇ ਹਾਂ ਕਿ we are not saying ਕਿ ਕੱਲੀ ਕਲਿਆਣੀ is involved in this, we are saying the whole family is involved in this। ਆ ਬੜੀ ਹੀ ਪਲੈਨਿੰਗ ਨਾਲ ਮਰਡਰ ਕੀਤਾ ਹੋਇਆ ਜੀ। ਆਹ ਜਸਟਿਸ ਸਬੀਨਾ ਉਹਦੇ ਮਦਰ ਤੇ ਉਹਦੇ ਕਲਿਆਣੀ ਦੇ ਜਿਹੜੇ ਫਾਦਰ ਐਡਵੋਕੇਟ ਪਰਮਿੰਦਰ ਸਿੰਘ ਐਂਡ ਉਹ ਸਾਰੀ ਫੈਮਿਲੀ ਇਨਵੋਲਵਡ ਹੈ। ਇਹਦਾ ਜਿਹੜਾ ਮੇਨ ਜਿਹੜਾ ਰੀਜ਼ਨ ਹੈਗਾ ਜੀ, ਜਿਹੜਾ ਮੇਨ ਦ ਰੀਜ਼ਨ ਬਿਹਾਈਂਡ ਦ ਮਰਡਰ ਇਜ਼ ਬਿਕੋਜ਼ ਹੁਣ ਤਾਂ ਸੀਬੀਆਈ ਨੇ ਚਲਾਨ ਵੀ ਪੇਸ਼ ਕਰਤਾ। ਸ਼ੀ ਵਾਂਟਡ ਟੂ ਮੈਰੀ ਮਾਈ ਬ੍ਰਦਰ ਐਂਡ ਮੇਰੇ ਬ੍ਰਦਰ ਨੂੰ। ਚਲਾਨ ਦੇ ਵਿੱਚ ਕਿਹਦਾ ਨਾਮ ਹੈ? ਚਲਾਨ ਦੇ ਵਿੱਚ ਤਾਂ ਇਹਦਾ ਕੁੜੀ ਦਾ ਹੀ ਨਾਮ ਹੈ ਜੀ, ਇਕੱਲੀ ਦਾ। ਬਟ ਜਿਹੜੀ ਦੇਖੋ ਸਾਰੇ ਪਰਿਵਾਰ ਦੀ ਜਿਹੜੀ ਗੱਲ ਹੈਗੀ ਹੈ ਮਿਲੀ ਭੁਗਤ ਨਾਲ ਹੋਇਆ। ਜਿਹੜਾ ਮੇਨ ਰੀਜ਼ਨ ਆਹੀ ਹੈ ਜੀ ਕਿ ਸ਼ੀ ਵਾਜ਼ ਇਨਵੋਲਵਡ ਵਿਦ ਹਰ ਮਟਰਨਲ ਅੰਕਲ। ਦਿਸ ਇਜ਼ ਮੈਂਸ਼ਨ ਇਨ ਦ ਚਲਾਨ, ਦਿਸ ਗਰਲ ਕਲਿਆਣੀ। ਸੋ ਸਿੱਪੀ ਨੂੰ ਉਹਦੇ ਬਾਰੇ ਆਪ ਗੱਲਾਂ ਪਤਾ ਚੱਲ ਜਾਂਦੀਆਂ। ਸ਼ੀ ਟੋਲਡ ਹਰ ਫਾਦਰ ਦੈਟ ਹਾਊ ਕੈਨ ਆਈ ਮੈਰੀ ਦਿਸ ਗਰਲ। ਸੋ ਦੇਖੋ ਭਾਜੀ, ਮੇਨ ਆਪਾਂ ਵੀ ਹੁਣ ਅਸੀਂ ਵੀ ਲੀਗਲ ਬੈਕਗ੍ਰਾਉਂਡ ਨੂੰ ਬਿਲੋਂਗ ਕਰਦੇ ਹਾਂ। ਮੋਟਿਵ ਹੁੰਦਾ ਮਰਡਰ ਦਾ। ਸੋ ਮੋਟਿਵ ਇਜ਼ ਦਿਸ, ਸ਼ੀ ਵਾਜ਼ ਇਨਵੋਲਵਡ ਵਿਦ ਹਰ ਮਟਰਨਲ ਅੰਕਲ ਐਂਡ ਇੱਕ ਮੁੰਡੇ ਨਾਲ ਨਹੀਂ ਸੀ ਉਹਦੇ ਰਿਲੇਸ਼ਨਸ, ਬਥੇਰੇ ਲੋਕਾਂ ਨਾਲ ਸੀਗੇ। ਸਿੱਪੀ ਨੇ ਉਹ ਚੀਜ਼ਾਂ ਉਹਦੇ ਸਾਹਮਣੇ ਉਹਦੇ ਫਾਦਰ ਨੂੰ ਦੱਸਦੀਆਂ ਐਂਡ ਦਿਸ ਵਾਜ਼ ਦ ਪੁਆਇੰਟ ਆਫ ਇਨਵੈਸਟੀਗੇਸ਼ਨ। ਹਾਂਜੀ, ਅੱਛਾ। ਉਸ ਤੋਂ ਬਾਅਦ ਸੀਬੀਆਈ ਕੋਲੇ ਇਸ ਕੇਸ ਦੀ ਜਿਹੜੀ ਜਾਂਚ ਹੈ ਉਹ ਚੱਲਦੀ ਹੈ ਤੇ ਉਸ ਤੋਂ ਬਾਅਦ ਜਦੋਂ ਅਰੈਸਟ ਵੀ ਹੋ ਜਾਂਦੀ ਹੈ 3 ਮਹੀਨੇ ਦੀ, ਤੇ ਹੁਣ ਤੁਸੀਂ ਸੀਬੀਆਈ ਤੇ ਗਈ ਹੈ, ਤੁਸੀਂ ਕਿਉਂ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ ਜਿਹੜੀ ਬੇਲ ਨੂੰ ਕੈਂਸਲ ਕਰਵਾਉਣ ਦੇ ਲਈ? ਦੇਖੋ ਭਾਜੀ, ਆਪਾਂ ਵੀ ਇੱਥੇ ਰਹਿਣੇ ਆ, ਹਿੰਦੁਸਤਾਨ 'ਚ ਰਹਿਣੇ ਆ ਐਂਡ ਥਾਣੇਦਾਰ ਦੀ ਕੁੜੀ ਮਾਨ ਨਹੀਂ ਹੁੰਦੀ। ਹਰ ਮਦਰ ਇਜ਼ ਅ ਚੀਫ ਜਸਟਿਸ, ਉਹ ਵੀ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੀ। ਐਂਡ ਅਸੀਂ ਤਾਂ ਹੁਣ ਲੀਗਲ ਫੈਮਿਲੀ ਨੂੰ ਪਤਾ ਹੈ ਸਾਨੂੰ ਕਿ ਚੀਫ ਜਸਟਿਸ ਇਜ਼ ਨਾਟ ਅ ਸਮਾਲ ਥਿੰਗ। ਹੁਣ ਜਿਹੜਾ ਚੱਲ ਰਿਹਾ ਜੀ, ਮੈਂ ਬਾਹਲੀਆਂ ਲੰਬੀਆਂ ਚੌੜੀਆਂ ਗੱਲਾਂ 'ਚ ਨਹੀਂ ਜਾਊਂਗਾ ਬਿਕੋਜ਼ ਮੈਂ ਸਟਾਰਟਿੰਗ 'ਚੋਂ ਜੇ ਤੁਹਾਨੂੰ ਦੱਸਾਂ ਆਹ ਸਾਰੀ ਗੱਲ, 20 ਸਤੰਬਰ 2015 ਨੂੰ ਆ ਮਰਡਰ ਹੁੰਦਾ। ਰਾਤ ਨੂੰ ਹੀ ਦੱਸ ਦਿੰਨੇ ਆ ਬਿਕੋਜ਼ ਮੇਰੇ ਮਦਰ ਨੂੰ ਦੱਸ ਕੇ ਗਿਆ ਮੇਰਾ ਬ੍ਰਦਰ ਕਿ ਹੀ ਹੈਜ਼ ਗੋਨ ਟੂ ਮੀਟ ਕਲਿਆਣੀ।
ਅਸੀਂ ਜੇ ਉਸ ਦਿਨ ਹੀ ਅਗਲੇ ਦਿਨ ਹੀ ਚੰਡੀਗੜ੍ਹ ਪੁਲਿਸ ਅਰੈਸਟ ਕਰ ਲੈਂਦੀ ਤਾਂ ਅੰਨੀਆਂ ਕੋਈ ਝਮੇਲਾ ਪੈਣਾ ਹੀ ਨਹੀਂ ਸੀਗਾ। ਬਿਲਕੁਲ ਚੰਡੀਗੜ੍ਹ ਪੁਲਿਸ ਵਾਸ ਹੈਂਡ ਇਨ ਗਲਵ ਬਿਕੋਜ਼ ਸੀਬੀਆਈ ਨੇ ਉਹ ਸਾਰੀਆਂ ਗੱਲਾਂ ਲਿਖੀਆਂ ਹੋਈਆਂ। ਬਿਲਕੁਲ। ਉਸ ਤੋਂ ਬਾਅਦ ਅਸੀਂ ਬਹੁਤ ਜਦੋਜਹਿਦ ਕੀਤੀ ਜੀ, ਅਸੀਂ ਕੈਂਡਲ ਲਾਈਟ ਮਾਰਚਸ ਕੀਤੇ ਐਂਡ ਮੇਰੇ ਬ੍ਰਦਰ ਦੇ ਕਾਫੀ ਕੰਟੈਕਟ ਚਲਾਨ ਦੇ ਵਿੱਚ ਕਿਸੇ ਚੰਡੀਗੜ੍ਹ ਪੁਲਿਸ ਦਾ ਵੀ ਨਾਮ ਹੈ? ਚੰਡੀਗੜ੍ਹ ਪੁਲਿਸ ਦੇ 2 ਆਫੀਸ਼ੀਅਲਸ ਦਾ ਨਾਮ ਆ ਰਿਹਾ ਜੀ। they were instrumental in destruction of evidence। ਅੱਛਾ। ਉਹ ਪੂਨਮ ਦਿਲਾਵਰੀ ਹੈਗੀ ਹੈ ਇੱਕ ਤੇ ਇੱਕ ਗੋਰਖਬਾਲ ਸਿੱਧੂ। ਉਸ ਵਕਤ ਉਹ ਕੀ ਸੀਗੇ ਕਿ ਕਿਹੜੀ ਡੈਜ਼ਿਗਨੇਸ਼ਨ? ਪੂਨਮ ਦਿਲਾਵਰੀ ਵਾਸ ਦਾ ਐਸਐਚਓ ਦੈਟ ਟਾਈਮ ਤੇ ਇੱਕ ਗੋਰਖਬਾਲ ਸਿੱਧੂ ਸੀਗੇ। ਉਹਦਾ ਪ੍ਰੋਬੇਸ਼ਨਰੀ ਆਈਪੀਐਸ ਆਫੀਸਰ ਸੀਗੇ, ਉਹਨਾਂ ਨੂੰ ਤਾਂ ਇੰਨਾ ਪਤਾ ਨਹੀਂ ਸੀਗਾ। ਮੇਨ ਜਿਹੜੀ ਲੇਡੀ ਹੈਗੀ ਹੈ ਜਿਨ੍ਹਾਂ ਨੇ ਸਾਰਾ ਹੈਂਡ ਐਂਡ ਗਲਵ ਸੀਗੀ ਜਸਟਿਸ ਸਬੀਨਾ ਹੋਰਾਂ ਨਾਲ, ਸ਼ੀ ਵਾਸ ਪੂਨਮ ਦਿਲਾਵਰੀ ਦਾ ਜਿਨ੍ਹਾਂ ਨੇ ਸਬੂਤ ਨੂੰ ਖਤਮ ਕਰਨ ਦੀ ਇਹ ਚਲਾਨ ਦੇ ਵਿੱਚ ਲਿਖਿਆ ਹੋਇਆ। ਚਲਾਨ ਦੇ ਵਿੱਚ ਉਹਨਾਂ ਖਿਲਾਫ 201 ਦਾ ਨਹੀਂ ਉਹਨਾਂ ਨੇ ਲਿਖਿਆ, ਦੇ ਹੈਵ ਆਸਕਡ ਕਿ ਦੇ ਵਰ ਮਤਲਬ ਕਿ ਉਹਨਾਂ ਤੇ ਡਿਪਾਰਟਮੈਂਟਲ ਇਨਕੁਆਇਰੀ ਹੋਣੀ ਚਾਹੀਦੀ ਹੈ। ਸੋ ਉਹਨਾਂ ਦੇ ਖਿਲਾਫ ਅਸੀਂ ਪ੍ਰੋਟੈਸਟ ਪਟੀਸ਼ਨ ਵੀ ਪਾਈ ਸੀ ਕਿ 201 ਦੇ ਅੰਦਰ ਕ੍ਰਿਮੀਨਲ ਕਨਸਪੀਰੇਸੀ ਦੇ ਅੰਦਰ ਇਹਨਾਂ ਨੂੰ ਵੀ ਅੰਦਰ ਕੀਤਾ ਜਾਵੇ। ਅੱਛਾ, ਇਸ ਤੋਂ ਇਲਾਵਾ ਜਿੰਨੀ ਮੈਨੂੰ ਜਾਣਕਾਰੀ ਹੈ 15/6/22 ਨੂੰ ਅਰੈਸਟ ਹੁੰਦੀ ਹੈ ਤੇ ਉਸ ਤੋਂ ਬਾਅਦ 90 ਦਿਨ ਬਾਅਦ 13 ਸਤੰਬਰ ਨੂੰ ਜਿਹੜੀ ਉਹਨਾਂ ਨੂੰ ਬੇਲ ਮਿਲ ਜਾਂਦੀ ਹੈ। ਪਰ ਚਲਾਨ ਪੇਸ਼ ਕੀਤੇ ਗਏ ਸੀਗੇ 13 ਸਤੰਬਰ, ਯਾਨੀ ਕਿ ਬੇਲ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਜਿਹੜੇ ਚਲਾਨ ਪੇਸ਼ ਕੀਤੇ ਗਏ ਸੀ, ਜਿਸ ਦੇ ਅੰਦਰ ਤੁਸੀਂ ਦੱਸ ਰਹੇ ਹੋ ਮੈਨੂੰ ਕਿ 302 ਦੀ ਜਿਹੜੀ ਧਾਰਾ ਲੱਗੀ ਹੋਈ ਹੈ ਜਾਂ 120B ਦੀ ਲੱਗੀ ਹੋਈ ਹੈ। ਚਲਾਨ ਇੰਨਾ ਸਟਰੋਂਗ ਸੀ ਪਰ ਫਿਰ ਵੀ ਕਿਉਂ ਬੇਲ ਮਿਲ ਜਾਂਦੀ ਹੈ? ਭਾਜੀ ਉਹੀ ਤਾਂ ਮੈਂ ਤੁਹਾਨੂੰ ਦੱਸ ਰਿਹਾ। ਅਸੀਂ ਉਹਦੇ ਖਿਲਾਫ ਹੀ ਜਦੋਂ ਜਦੋਂ ਅਸੀਂ ਕੈਂਡਲ ਲਾਈਟ ਮਾਰਚਸ ਕੀਤੇ ਆ, ਸੀਬੀਆਈ ਨੂੰ ਕੇਸ ਟ੍ਰਾਂਸਫਰ ਹੋ ਜਾਂਦਾ 2016 ਚ। ਉਸ ਤੋਂ ਬਾਅਦ ਸੀਬੀਆਈ 7 ਸਾਲ ਦੀ ਮਿਹਨਤ ਕਰਕੇ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਸਾਰਾ ਕੁਝ ਕੱਢ ਦਿੰਦੀ ਹੈ। ਚਲਾਨ ਪੇਸ਼ ਕਰ ਦਿੰਦੇ ਆ। ਪਿਛਲੇ ਸਾਲ 15 ਜੂਨ 2022 ਨੂੰ ਸ਼ੀ ਗਾਟ ਅਰੈਸਟਡ। ਅੱਛਾ, ਜੇ ਮੈਂ ਲੀਗਲ ਟਰਮਸ 'ਚ ਜਾਣਨਾ ਚਾਹਾਂ ਤਾਂ ਸੁਪਰੀਮ ਕੋਰਟ ਦੇ ਅੰਦਰ ਤੁਸੀਂ ਵੀ ਗਏ ਹੋ ਤੇ ਸੀਬੀਆਈ ਵੀ ਗਈ ਹੈ। ਆਧਾਰ ਕੀ ਬਣਾਇਆ ਗਿਆ ਹੁਣ ਬੇਲ ਨੂੰ ਕੈਂਸਲੇਸ਼ਨ ਦੇ ਲਈ? ਬਿਲਕੁਲ ਭਾਜੀ, ਉਹਦਾ ਮੈਂ ਤੁਹਾਨੂੰ ਉਹੀ ਦੱਸ ਰਿਹਾ ਕਿ 15 ਜੂਨ 2022 ਨੂੰ ਸ਼ੀ ਗਾਟ ਅਰੈਸਟਡ। ਉਸ ਤੋਂ ਬਾਅਦ 3 ਮਹੀਨੇ ਅੰਦਰ ਰਹਿ ਕੇ ਆਉਂਦੀ ਹੈ। ਹੁਣ ਜਿਹੜੇ ਜੱਜ ਸਾਹਿਬ ਸੀਗੇ ਜਸਟਿਸ ਸੁਰੇਸ਼ਵਰ ਠਾਕੁਰ, ਮੈਂ ਬਾਈ ਨੇਮ ਕਹਿ ਰਿਹਾ ਹਾਂ ਬਿਕੋਜ਼ ਅਸੀਂ ਉਹਨਾਂ ਦੇ ਖਿਲਾਫ ਐਡਮਿਨਿਸਟ੍ਰੇਟਿਵ ਕੰਪਲੇਂਟ ਦੇ ਕੇ ਆਏ ਹਾਂ। he also hailed from ਹਿਮਾਚਲ ਪ੍ਰਦੇਸ਼। ਅੱਛਾ, ਸਬੀਨਾ ਦੇ ਜੂਨੀਅਰ। ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਉਹਨਾਂ ਦੇ ਕਲਿਆਣੀ ਦੇ ਮਦਦ ਤੇ ਉਹ ਜੱਜ ਦੇ ਮਤਲਬ ਕਿਤੇ ਨਾ ਕਿਤੇ ਪ੍ਰੈਸ਼ਰ ਵੀਰ ਜੀ ਉਹਨਾਂ ਦੇ ਜੂਨੀਅਰ ਸੀਗੇ ਉੱਥੇ। ਅਸੀਂ ਉਹਨਾਂ ਦੇ ਖਿਲਾਫ ਅਮਿਤ ਸ਼ਾਹ ਜੀ ਨੂੰ ਵੀ ਕੰਪਲੇਂਟ ਦੇ ਕੇ ਆਏ ਹਾਂ, ਲਾਅ ਮਿਨਿਸਟਰ ਆਫ ਇੰਡੀਆ ਨੂੰ ਵੀ ਦੇ ਕੇ ਆਏ ਹਾਂ ਐਡਮਿਨਿਸਟ੍ਰੇਟਿਵ ਕੰਪਲੇਂਟ। ਉਹਨਾਂ ਨੇ ਮੈਂ ਜਿਹੜੀ ਹੁਣ ਮੇਨ ਗੱਲ ਦੱਸਦਾ, ਉਹਨਾਂ ਨੇ ਜ਼ਮਾਨਤ ਦੇਤੀ। ਚਲੋ ਜ਼ਮਾਨਤ ਦੇਤੀ। ਪਹਿਲੀ ਗੱਲ ਤਾਂ ਜੀ 302 ਦੇ ਮਾਮਲੇ 'ਚ 3 ਮਹੀਨਿਆਂ ਤੋਂ ਪਹਿਲਾਂ ਜ਼ਮਾਨਤ ਹੀ ਨਹੀਂ ਹੁੰਦੀ। ਪਰ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਇਸ ਦੇਸ਼ ਦੀ ਨਿਆਂ ਪ੍ਰਣਾਲੀ ਦੇ ਵਿੱਚ ਵਿਸ਼ਵਾਸ ਰੱਖਣਾ ਪਊਗਾ? ਠੀਕ ਹੈ, ਉਸ ਲੜਕੀ ਦੇ ਮਦਰ ਜੱਜ ਨੇ, ਪਰ ਤੁਹਾਨੂੰ ਇਨਸਾਫ ਵੀ ਉਸੇ ਪ੍ਰਣਾਲੀ ਤੋਂ ਮਿਲਣਾ ਹੈ, ਉਸ ਦੇ ਅੰਦਰ ਵਿਸ਼ਵਾਸ ਤਾਂ ਰੱਖਣਾ ਪਊ। ਪੂਰਾ ਵਿਸ਼ਵਾਸ ਹੈ ਜੀ। ਦੇਖੋ ਸਾਰੇ ਲੋਕ ਇੱਕ ਬਰਾਬਰ ਨਹੀਂ ਹੁੰਦੇ। ਅਸੀਂ ਉੱਤੇ ਬਹੁਤ ਚੰਗੇ ਲੋਕ ਬੈਠੇ। ਅਸੀਂ ਚੰਦਰਚੂੜ ਜੀ ਨੂੰ, ਆਨਰੇਬਲ ਚੀਫ ਜਸਟਿਸ ਆਫ ਇੰਡੀਆ, ਉਹਨਾਂ ਨੂੰ ਵੀ ਮਿਲ ਕੇ ਆਏ ਹਾਂ, ਸਾਰੇ ਜੱਜਸ ਨੂੰ ਮਿਲ ਕੇ ਆਏ ਹਾਂ। ਤੁਹਾਡੇ ਦਾਦਾ ਜੀ ਵੀ ਮੈਨੂੰ ਲੱਗਦਾ, ਮਾਈ ਗ੍ਰੈਂਡਫਾਦਰ ਹੀ ਵਾਸ ਆਲਸੋ ਹਾਈ ਕੋਰਟ ਜੱਜ ਐਂਡ ਬਹੁਤ ਚੰਗੇ ਲੋਕ ਵੀ ਪਏ ਹੈ ਜੁਡੀਸ਼ਰੀ 'ਚ। ਮੈਂ ਉਹੀ ਤੁਹਾਨੂੰ ਦੱਸ ਰਿਹਾ ਕਿ ਜ਼ਮਾਨਤ ਚਲੋ ਦੇਤੀ। ਇਹਨਾਂ ਨੇ ਜਿਹੜੀ 49 ਪੇजेस ਦੀ ਜਜਮੈਂਟ ਲਿਖੀ ਹੈ, ਉਸ 'ਚ ਇਹਨਾਂ ਨੇ ਲਿਖਿਆ ਹੈ, ਜਿਹੜਾ ਕਹਿਣਾ ਚਾਹ ਰਹੇ ਆ, ਵਾਟ ਦੇ ਆਰ ਸੇਇੰਗ ਇਜ਼ ਕਿ ਸੀਬੀਆਈ ਸਾਡੇ ਪ੍ਰੈਸ਼ਰ ਦੇ ਥੱਲੇ ਹੈ। ਹੁਣ ਆਈ ਵਾਂਟ ਟੂ ਆਸਕ, ਮੈਂ ਸਾਰੇ ਲੋਕਾਂ ਨੂੰ ਵੀ ਪੁੱਛਣਾ ਚਾਹੁੰਦਾ ਹਾਂ, ਕਿਹਦੇ ਵੱਲੋਂ ਲਿਖਿਆ ਗਿਆ ਕਿ ਸੀਬੀਆਈ ਤੁਹਾਡੇ ਪ੍ਰੈਸ਼ਰ ਦੇ? ਜੱਜ ਸਾਹਿਬ ਵੱਲੋਂ ਆਹ ਚੀਜ਼ ਲਿਖੀ ਗਈ ਹੈ ਕਿ ਸੀਬੀਆਈ ਵਿਟਨੈਸਸ ਪਲਾਂਟ ਕਰ ਰਹੀ ਹੈ, ਉਹ ਕਰ ਰਹੀ ਹੈ, ਸਾਰਾ ਕੁਝ ਕਰ ਰਹੀ ਹੈ। ਹੁਣ ਆਈ ਵਾਂਟ ਟੂ ਆਸਕ एवरीवन ਕਿ ਮਾਈ ਗ੍ਰੈਂਡਫਾਦਰ ਵਾਸ ਅ ਹਾਈ ਕੋਰਟ ਜੱਜ 40 ਇਅਰਸ ਬੈਕ। ਹਾਊ ਕੈਨ ਮਾਈ ਐਂਡ ਮਾਈ ਮਦਰ ਕੈਨ ਇਨਫਲੂਐਂਸ ਦ ਸੀਬੀਆਈ? CBI is the premier investigating agency of India। ਆ ਤਾਂ ਬੜੀ ਹਾਸੀਜਨਕ ਗੱਲ ਹੈ। ਸੋ ਦੈਟਸ ਵਾਈ ਉਹ ਆਰਡਰ ਦੇ ਖਿਲਾਫ, ਚਲੋ ਕੈਂਸਲੇਸ਼ਨ ਆਫ ਬੇਲ ਦੇ ਖਿਲਾਫ ਤਾਂ ਜਾਣਾ ਹੀ ਹੈ। ਸੀਬੀਆਈ ਉਹਦੇ ਖਿਲਾਫ ਵੀ ਗਈ ਹੈ, ਜਿਹੜੀਆਂ ਟਿੱਪਣੀਆਂ ਕੀਤੀਆਂ ਉਹਨਾਂ ਨੇ ਜੱਜ ਸਾਹਿਬ ਨੇ ਕਿ ਸੀਬੀਆਈ ਖਿਲਾਫ, ਕਿ ਸੀਬੀਆਈ ਨੂੰ ਜਿਹੜੀ ਝਾੜ ਪਾਈ ਹੈ ਉਹਨਾਂ ਨੇ, ਉਹਦੇ ਖਿਲਾਫ ਵੀ ਗਈ ਹੈ। ਸੀਬੀਆਈ ਗਈ ਹੈ ਕਿ ਫॉर द ਕੈਂਸਲੇਸ਼ਨ ਆਫ ਬੇਲ ਐਂਡ ਫॉर ਸੈਟਿੰਗ ਅਸਾਈਡ ਦਿਸ ਆਰਡਰ। ਅੱਛਾ, ਕਿ ਸੀਬੀਆਈ ਤੇ ਵੀ ਇਹ ਜਿਹੜਾ ਕਿਹਾ ਗਿਆ ਕਿ ਸੀਬੀਆਈ ਤੁਹਾਡੇ ਨਾਲ ਰਲੀ ਹੋਈ ਹੈ ਜਾਂ ਤੁਸੀਂ ਸੀਬੀਆਈ ਨਾਲ ਰਲੀ ਹੋ, ਇਸ ਚੀਜ਼ ਨੂੰ ਲੈ ਕੇ ਵੀ ਸੀਬੀਆਈ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ? ਬਿਲਕੁਲ ਜੀ, ਬਿਲਕੁਲ। ਉਹ ਸੈਟਿੰਗ ਅਸਾਈਡ ਦਾ ਆਰਡਰ, ਜਿਹੜਾ ਵੀ ਆਰਡਰ ਦਿੱਤਾ ਹੈ ਨਾ ਉਹਨਾਂ ਨੇ ਜੱਜ ਸਾਹਿਬ ਨੇ, ਉਹਦੇ ਖਿਲਾਫ ਕੈਂਸਲੇਸ਼ਨ ਆਫ ਬੇਲ ਐਂਡ ਸੈਟਿੰਗ ਅਸਾਈਡ ਵਾਟਐਵਰ ਹੀ ਹੈਜ਼ ਮੈਂਸ਼ਨਡ ਇਨ ਦਾ ਆਰਡਰ against the CBI, this only that they have planted the witnesses and everything। ਤੇ ਹੁਣ ਜੇ ਮੈਂ ਸੁਪਰੀਮ ਕੋਰਟ ਦੀ ਗੱਲ ਕਰਾਂ ਤਾਂ ਜਿਹੜੀ ਇਹ ਕੇਸ ਕਿੱਥੇ ਖੜਾ ਹੈ, ਕਦੋਂ ਇਹਦੀ ਜਿਹੜੀ ਸੁਣਵਾਈ ਹੈ ਜਾਂ ਕਦੋਂ ਤੱਕ ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਸਾਰੀਆਂ ਗੱਲਾਂ ਨੇ ਉਹ ਸਾਹਮਣੇ ਆ ਜਾਣਗੀਆਂ? ਭਾਜੀ ਦੇਖੋ, ਆਹ ਪਰਸੋਂ ਤਰੀਕ ਪਈ ਸੀਗੀ ਸੁਪਰੀਮ ਕੋਰਟ 'ਚ। ਸੀਬੀਆਈ ਦੇ ਐਕਸੈਪਟ ਕਦੋਂ ਕਰਿਆ ਗਿਆ ਸੁਪਰੀਮ ਕੋਰਟ ਵੱਲੋਂ ਤੁਹਾਡੀ ਜਿਹੜੀ ਪਰਸੋਂ ਹਾਂਜੀ, ਉਸ ਤੋਂ ਤਰੀਕ ਪਈ ਸੀਗੀ ਤੇ ਜੱਜ ਸਾਹਿਬ ਵਾਸ ਵੈਰੀ ਨਾਈਸ। ਹੀ ਸੈਡ ਵਾਟ ਹੀ ਇਜ਼ ਵਰਿਡ ਅਬਾਊਟ ਇਜ਼ ਕਿ ਮੈਂ ਜਿਵੇਂ ਦੱਸ ਰਿਹਾ ਕਿ ਜਸਟਿਸ ਸਬੀਨਾ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਹੈ। ਸੋ ਹੀ ਇਜ਼ ਵਰਿਡ ਕਿ ਓਬਵੀਅਸਲੀ ਹੀ ਹੈਜ਼ ਮੈਂਸ਼ਨਡ देयर that informant, ਮਤਲਬ ਕਿ ਮੇਰੇ ਤੇ ਮਦਰ ਤੋਂ ਪੁੱਛਿਆ ਜਾਵੇ ਕਿ ਵੀ ਹੈਵ ਐਨੀ ਆਬਜੈਕਸ਼ਨਸ ਵਿਦ ਰਿਗਾਰਡ ਟੂ ਦੈਟ।
ਕਿ ਅਸੀਂ ਸੁਣੀਏ ਕੇਸ ਕਿ ਨਾ ਸੁਣੀਏ। ਸੋ ਉਹ ਅਸੀਂ ਹੁਣ ਆਪਦੇ ਕੌਂਸਲ ਸਾਡੇ ਸੀਨੀਅਰ ਕੌਂਸਲ ਹੈਗੇ ਆ ਜੀ ਰਾਜਵਿੰਦਰ ਸਿੰਘ ਬੈਂਸ, ਉਹਨਾਂ ਨਾਲ ਅਸੀਂ ਡਿਸਕਸ਼ਨਸ ਇਹ ਮੈਨੂੰ ਕਰਾਂਗੇ। ਲੱਗਦਾ ਜਦੋਂ ਆਪਣੀ ਪਹਿਲਾਂ ਡਿਸਕਸ਼ਨ ਹੋਈ ਸੀ ਇਹ ਚੀਜ਼ ਤੁਹਾਡੇ ਤੋਂ ਜਿਹੜੇ ਹਾਈ ਕੋਰਟ ਦੇ ਜੱਜ ਸੀ ਉਹਨਾਂ ਵੱਲੋਂ ਵੀ ਪੁੱਛੀ ਗਈ ਸੀ? ਬਿਲਕੁਲ ਜੀ, ਜਿਹੜੇ ਹਾਈ ਕੋਰਟ ਦੇ ਜੱਜ ਇੱਥੇ ਵੀ ਸੀਗੇ ਉਹਨਾਂ ਨੇ ਵੀ ਪੁੱਛੀ ਸੀਗੀ ਕਿ ਪਹਿਲੇ ਜੱਜ ਸਾਹਿਬ ਨੇ ਤਾਂ ਰਿਫਰੇਨ ਕਰ ਲਿਆ ਸੀ ਬਿਕੋਜ਼ ਉਹ ਅਪਰਾਈਟ ਬੰਦੇ ਸੀਗੇ। ਹੀ ਆਲਸੋ ਹੇਲਡ ਫਰਮ ਹਿਮਾਚਲ ਪ੍ਰਦੇਸ਼। ਔਰ ਬਿਲਕੁਲ ਉਹ ਜਸਟਿਸ ਚਿਤਕਾਰਾ ਸਾਹਿਬ ਸੀਗੇ, ਹੀ ਰਿਫਰੇਨ ਫਰਮ ਹੀਅਰਿੰਗ ਇਟ। ਆਫਟਰ ਦੈਟ ਜਸਟਿਸ ਸੁਰੇਸ਼ਵਰ ਠਾਕੁਰ ਨੇ ਸੁਣਿਆ। ਹੁਣ ਸੁਪਰੀਮ ਕੋਰਟ ਦੇ ਜੱਜ ਸਾਹਿਬ ਦਾ ਵੀ ਇੱਕ ਤਰ੍ਹਾਂ ਆਹੀ ਕਹਿਣ ਦਾ ਮਤਲਬ ਹੈ ਕਿ ਜੇ ਸਾਨੂੰ ਕੋਈ ਆਬਜੈਕਸ਼ਨ ਹੈ ਆਈ ਵਿਲ ਰਿਫਰੇਨ ਫਰਮ ਹੀਅਰਿੰਗ। ਸੋ ਉਹ ਵੀ ਅਪਰਾਈਟ ਬੰਦੇ ਆ, ਉਹਨਾਂ ਨੂੰ ਵੀ ਹੈਗੀ ਹੈ ਕਿ ਕੱਲ ਨੂੰ ਕੋਈ 19-21 ਹੋ ਜਾਂਦੀ ਹੈ। ਦੈਟਸ ਵਾਈ ਬਿਕੋਜ਼ ਇਟਸ ਅ ਹਾਈ ਪ੍ਰੋਫਾਈਲ ਕੇਸ, ਮਦਰ ਐਂਡ ਚੀਫ ਜਸਟਿਸ ਦੀ ਕੁੜੀ ਇਨਵੋਲਵਡ ਹੈ। ਸੋ ਦਿਸ ਇਜ਼ ਦ ਥਿੰਗ। ਮਾਤਾ ਜੀ 8 ਸਾਲ ਦੇ ਕਰੀਬ ਹੋ ਗਏ ਇਸ ਕੇਸ ਨੂੰ। ਤੁਹਾਡੇ ਨਾਲ ਵੀ ਜਦੋਂ ਬਾਰ-ਬਾਰ ਗੱਲ ਹੁੰਦੀ ਹੈ ਤੁਸੀਂ ਇਨਸਾਫ ਦੀ ਗੱਲ ਕਰਦੇ ਹੋ ਕਿ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਤੁਸੀਂ ਤੁਹਾਡਾ ਬੈਕਗ੍ਰਾਉਂਡ ਇੱਕ ਜਿੱਦਾਂ ਬਾਈ ਜੀ ਨੇ ਦੱਸਿਆ ਆਪ ਵਕੀਲ ਨੇ, ਸੀਪੀ ਸਿੱਧੂ ਬਾਈ ਆਪ ਵਕੀਲ ਸੀ, ਤੁਹਾਡੇ ਜਿਹੜੇ ਸਹੁਰਾ ਸਾਹਿਬ ਨੇ ਉਹ ਜੱਜ ਰਹਿ ਚੁੱਕੇ ਨੇ। ਜੇ ਇਸ ਦੇਸ਼ ਦੇ ਅੰਦਰ ਤੁਹਾਡੇ ਵਰਗੇ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਤਾਂ ਕਿੰਨਾ ਕੁ ਤੁਹਾਨੂੰ ਹੁਣ ਇਸ ਵਕਤ ਆਸ ਹੈਗੀ ਹੈ ਇਨਸਾਫ ਦੀ? ਬੇਟੇ ਜੇ ਕਲਿਆਣੀ ਜੱਜ ਦੀ ਬੇਟੀ ਨਾ ਹੁੰਦੀ ਤਾਂ ਫਿਰ ਇਹ ਉਹ ਅਗਲੇ ਦਿਨ ਹੀ ਫੜੀ ਜਾਣੀ ਸੀ। ਸਿਰਫ ਪੁਲਿਸ ਵਾਲਿਆਂ ਨੇ ਤਾਂ ਹੀ ਨਹੀਂ ਫੜੀ ਵੀ ਇਹ ਜੱਜ ਦੀ ਕੁੜੀ ਸੀ। ਮੈਂ ਤਾਂ ਉਸੇ ਦਿਨ ਤੋਂ ਕਹਿ ਰਹੀ ਹਾਂ, ਪਹਿਲੇ ਦਿਨ ਤੋਂ ਕਹਿ ਰਹੀ ਹਾਂ ਕਲਿਆਣੀ ਨੋ ਟੂ। ਦੂਜਾ ਤਾਂ ਬੰਦਾ ਕੋਈ ਨਹੀਂ, ਇਹਨਾਂ ਦੀ ਫੈਮਿਲੀ ਹੈ, ਇਹਦੇ ਡੈਡੀ ਇਹਦੀ ਮੰਮੀ, ਇਹਨਾਂ ਨੇ ਆਪੇ ਘਰ ਵਿੱਚ ਰਲ ਕੇ ਇਹਨਾਂ ਨੇ ਪਲੈਨਿੰਗ ਕੀਤੀ ਹੈ ਔਰ ਪ੍ਰੀ ਪਲੈਨਡ ਬਰੂਟਲ ਮਰਡਰ। ਔਰ ਸਿੱਪੀ ਦਾ ਇੰਨੀ ਬੁਰੀ ਤਰ੍ਹਾਂ ਕਤਲ ਕੀਤਾ, 4 ਫਾਇਰ ਕਿਹੜਾ ਬੰਦਾ ਮਾਰਦਾ ਹੁੰਦਾ। ਔਰ ਮੈਨੂੰ ਕਹਿ ਕੇ ਗਈ ਹੈ, ਸਬੀਨਾ ਪਰਮਿੰਦਰ ਸਾਰੇ ਘਰ ਆਏ ਆ। ਮੈਂ ਤਾਂ ਸਾਰਿਆਂ ਨੂੰ ਕਹਿੰਦੀ ਹਾਂ, ਈਵਨ ਜੱਜਾਂ ਨੂੰ ਕਹਿੰਦੀ ਹਾਂ, ਸੁਪਰੀਮ ਕੋਰਟ ਦੇ ਜੱਜਾਂ ਨੂੰ ਕਹਿੰਦੀ ਹਾਂ ਵੀ ਤੁਸੀਂ ਨਾ ਸਬੀਨਾ ਨੂੰ, ਕਲਿਆਣੀ ਨੂੰ ਤੇ ਉਹਦੇ ਸਬੀਨਾ ਦੇ ਹਸਬੈਂਡ ਨੂੰ ਮੇਰੇ ਸਾਹਮਣੇ ਬਿਠਾ ਦਿਓ, ਅੱਗੇ ਮੈਂ ਇਕੱਲੀ ਬੈਠੂੰਗੀ। ਮੈਂ ਸਾਰਿਆਂ ਦੇ ਸਾਹਮਣੇ, ਸਾਰੇ ਕਿਸੇ ਚੈਨਲ ਤੇ ਬਿਠਾ ਲਓ ਔਰ ਸੁਪਰੀਮ ਕੋਰਟ ਦੇ ਸਾਹਮਣੇ ਬਿਠਾ ਲਓ, ਮੈਂ ਉਹਨਾਂ ਤੋਂ ਗੱਲਾਂ ਦੇ ਪੁੱਛੂੰਗੀ, ਜਵਾਬ ਉਹ ਮੈਨੂੰ ਦੇ ਦੇਣ। ਮੈਨੂੰ ਤਾਂ ਸਾਰੇ ਇੱਕ ਇੱਕ ਗੱਲ ਪਤਾ। ਕਿਹੜੀਆਂ ਉਹ ਗੱਲਾਂ ਨੇ ਜਿਨ੍ਹਾਂ ਦਾ ਉਹ ਜਵਾਬ ਨਹੀਂ ਦੇ ਪਾਣਗੇ? ਜਵਾਬ ਉਹ ਇਹ ਨਹੀਂ ਦੇ ਪੈਣਗੇ। ਸਬੀਨਾ ਉਸ ਥੋੜੇ ਦਿਨ ਪਹਿਲਾਂ ਸਾਡੇ ਘਰ ਆ ਕੇ ਗਈ ਹੈ। ਸਬੀਨਾ ਦੇ ਨਾਨੀ ਨਾਨਾ ਤਾਂ ਸਾਡੇ ਘਰ ਆਏ ਸੀ ਦੋਨੋਂ ਜਾਣੇ। ਹੁਣ ਉਹ ਤਾਂ ਸਿਰਫ ਮੈਂ ਹੀ ਗਵਾਹ ਨਾ, ਉਹ ਤਾਂ ਕਹਿਣਗੇ ਮਾਂ ਝੂਠ ਬੋਲਦੀ ਹੈ। ਔਰ ਮੈਂ ਜੱਜ ਨੂੰ ਕਿਉਂ ਫਸਾਉਂਗੀ? ਤੁਸੀਂ ਆਪਣਾ, ਜੇ ਸਾਡੇ ਉਹ ਫੈਮਿਲੀ ਫਰੈਂਡ ਸੀ ਤਾਂ ਕੋਈ ਮੁਸੀਬਤ ਪੈਂਦੀ ਹੈ ਤਾਂ ਆਪਾਂ ਆਪਣੇ ਦੋਸਤਾਂ ਕੋਲ ਹੀ ਜਾਂਦੇ ਆ। ਇਹਦੇ ਪਾਪਾ ਵੀ ਹੈ ਨਹੀਂ ਸੀਗੇ। ਮੈਂ ਤਾਂ ਜੇ ਕੋਈ ਹੋਰ ਕੋਈ ਬੰਦਾ ਹੁੰਦਾ ਮੈਂ ਤਾਂ ਉਹਦੀ ਸਬੀਨਾ ਹੋਰਾਂ ਨੂੰ ਕਹਿਣਾ ਸੀ ਵੀ ਭੈਣ ਜੀ ਆਹ ਹੋ ਗਿਆ, ਮੇਰੇ ਨਾਲ ਚੱਲੋ। ਤੇ ਮੈਂ ਉਹਨਾਂ ਦੇ ਨਾਲ ਕਿਉਂ ਪੰਗਾ ਲੈਣਾ ਸੀ? ਕੋਈ ਕਿਸੇ ਚੀਜ਼, ਕੋਈ ਵੱਟ ਦਾ ਰੌਲਾ, ਕੋਈ ਕਿਸੇ ਇੱਕ ਨਵੇਂ ਪੈਸੇ ਦਾ ਰੌਲਾ ਨਹੀਂ, ਕੋਈ ਦੇਣ ਲੈਣ ਨਹੀਂ, ਕੁਛ ਨਹੀਂਗਾ। ਸਿਰਫ ਇਹ ਸੀ ਵੀ 30 ਸਾਲ ਪੁਰਾਣਾ ਸਾਡਾ ਲਿੰਕ ਸੀ, ਉਹ ਸੋਚੀ ਬੈਠੇ ਸੀਗੇ ਵੀ ਆਪਾਂ। ਅੱਛਾ, ਤੁਸੀਂ ਇੰਨੀ ਪਰਿਵਾਰਕ ਜਿਹੜੀ ਸਾਂਝ ਹੈ ਉਹ ਗੁੜੀ 30 ਸਾਲ ਪੁਰਾਣੀ ਸੀ? 30 ਸਾਲ ਪੁਰਾਣੀ, ਬਿਲਕੁਲ। ਮੈਂ ਇਹਨਾਂ ਦੇ ਜੱਦੀ ਉੱਥੇ ਕੋਟਕਪੂਰੇ ਵੀ ਗਈ ਹਾਂ, ਕੋਟਕਪੂਰੇ ਨੂੰ ਬਿਲੋਂਗ ਕਰਦੇ ਆ। ਇਹਨਾਂ ਨੂੰ ਵੀ ਪਤਾ, ਇਹਨਾਂ ਦੀ ਆਤਮਾ ਨੂੰ ਵੀ ਪਤਾ। ਇਹਦੇ ਨਾਨਾ ਨਾਨੀ ਘਰ ਆਈ ਆ ਇੱਕ ਵਾਰੀ, ਹਾਂਜੀ ਕਦੋਂ ਮੁੰਡਾ ਵਿਆਹੁਣਾ ਕਰਨਾ, ਹੁਣ ਉਹ ਤਾਂ ਮੁੱਕਰਨਗੇ, ਮੈਂ ਕਿਉਂ ਝੂਠ ਬੋਲੂੰਗੀ? ਮੈਂ ਮਾਸੀ ਨਹੀਂ ਕਹਿ ਦਿੰਦੀ ਮੇਰੀ ਮਾਸੀ। ਇਹਦੇ ਨਾਨਾ ਨਾਨੀ ਆਏ ਆ, ਘਰੇ ਆਏ ਆ ਕਹਿਣ ਵਾਸਤੇ। ਸਬੀਨਾ ਆਈ ਹੈ ਕੁਝ ਦਿਨ ਪਹਿਲਾਂ। ਅੱਛਾ, ਕਲਿਆਣੀ ਜਦੋਂ ਸਿੱਪੀ ਗਿਆ ਬਾਹਰ 1 ਮਹੀਨਾ ਪਹਿਲਾਂ ਚਲਾ ਗਿਆ ਸੀ, ਉਸ ਦਿਨ ਕਲਿਆਣੀ ਆਈ, ਆ ਕੇ ਬੈਠੀ ਰਹੀ ਹੈ। ਮੈਂ ਉਹਦੇ ਕੋਲੇ ਆ, ਸਿੱਪੀ ਕੋਲੇ ਆ। ਮੈਨੂੰ ਬੜੀ ਚਿੰਤਾ ਹੋ ਰਹੀ ਹੈ, ਇਹ ਚੱਲਾ ਬਾਹਰ ਚੱਲਿਆ, ਉਹਦੀ ਬੈਕ ਦੁਖ ਰਹੀ ਸੀ ਸਿੱਪੀ ਦੀ, ਉਹ ਪੁੱਛ ਰਹੀ ਹੈ ਤੇ ਆਪਣੀ ਬੈਕ ਦਾ ਖਿਆਲ ਰੱਖੀ। ਫਿਰ ਉਸ ਤੋਂ ਬਾਅਦ ਜਿਸ ਦਿਨ ਸਿੱਪੀ ਆਇਆ 18 ਤਰੀਕ ਨੂੰ ਆ ਗਿਆ, ਇਹ 18 ਤਰੀਕ ਨੂੰ ਆਪਣੇ ਘਰ ਆਈ ਹੈ। ਫਿਰ 19 ਨੂੰ ਸ਼ਾਮ ਨੂੰ ਮਿਲੇ ਆ, 20 ਨੂੰ ਤਾਂ ਮਰਡਰ ਕੀਤਾ ਹੀ ਹੈ। ਔਰ 19 ਨੂੰ ਸ਼ਾਮ ਨੂੰ ਇਹਦੇ ਵਿੱਚ ਤੇ ਜੋ ਕਲਿਆਣੀ ਤੇ ਸਿੱਪੀ ਨਾਲ ਗੱਲਾਂ ਹੋਈਆਂ, ਸਿੱਪੀ ਨੇ ਮੈਨੂੰ ਇੱਕ ਇੱਕ ਗੱਲ ਆ ਕੇ ਦੱਸੀ ਆ ਵੀ ਮਾਮਾ ਆਹ ਕਲਿਆਣੀ ਤੁਸੀਂ ਉਹਨੂੰ ਗੁੱਸੇ ਨਾ ਹੋਇਆ ਕਰ, ਉਹ ਵਿਚਾਰੀ ਡਿਪਰੈਸ਼ਨ 'ਚ ਆ। ਨਹੀਂ ਤਾਂ ਮੈਂ ਕਹਿਤਾ ਸੀਗਾ, ਮੈਂ ਕਿਹਾ ਸਿੱਪੀ ਜਦੋਂ ਆਪਾਂ ਜਵਾਬ ਦੇਤਾ ਇਹ ਕਿਉਂ ਤੇਰੇ ਮਗਰ ਫਿਰਦੀ ਹੈ? ਮੈਨੂੰ ਨਹੀਂ ਪਤਾ ਸੀ ਵੀ ਇਹ ਮਾਰਨ ਦੀ। ਅੱਛਾ, ਸਿੱਪੀ ਉਹਨਾਂ ਨੇ ਤੁਹਾਨੂੰ ਕਿਹਾ ਕਿ ਤੁਸੀਂ ਕੁਝ ਨਹੀਂ ਕਹਿਣਾ? ਨਹੀਂ ਕਹਿਣਾਗਾ। ਬਾਕੀ ਮੈਂ ਵੀ ਕੁਝ ਉਹਨੂੰ ਕਹਿ ਦਿੰਦੀ ਸੀ ਵੀ ਆਪਣੇ ਫੈਮਿਲੀ ਫਰੈਂਡਸ ਹੈ, ਪਤਾ ਸਾਨੂੰ ਸੀ, ਸਿੱਪੀ ਨੂੰ ਵੀ ਪਤਾ ਸੀਗਾ। ਕੋਈ ਨਹੀਂ ਮਾਮਾ ਆਪਾਂ ਡੀਲ ਕਰਾਂਗੇ। ਮੈਂ ਕਿਹਾ, ਮੈਂ ਕਿਹਾ ਸਿੱਪੀ ਇਹਦੀ ਮੰਮੀ ਕੋਈ ਤੇਰੇ ਤੇ ਕੇਸ ਪਾ ਦੂਗੀ, ਪਾ ਲੈਂਦੀ ਕੇਸ। ਜੇ ਉਹਨੂੰ ਸੀਗਾ ਚੱਲ ਉਹਦੀ ਕੁੜੀ ਨੂੰ ਕਿਤੇ ਵੱਧ ਤੋਂ ਵੱਧ ਕੀ ਸੀ, ਬਿਲਕੁਲ ਅਸੀਂ ਭੁਗਤ ਲੈਂਦੇ। ਹੁਣ ਵੀ ਤਾਂ ਔਖੇ ਹੋ ਰਹੇ ਆ 8 ਸਾਲ। ਸਾਡੇ ਮੇਰਾ ਬੱਚਾ ਤਾਂ ਮੇਰੇ ਕੋਲੇ ਰਹਿੰਦਾ। ਸਬੀਨਾ ਨੂੰ ਪਤਾ ਸਾਰਾ, ਪਲੈਨਿੰਗ ਬਣਾਉਂਦੇ ਰਹੇ। 18 ਤਰੀਕ ਨੂੰ ਇਹਨਾਂ ਨੇ ਪਾਰਟੀ ਰੱਖੀ ਹੈ, 19 ਨੂੰ ਪਾਰਟੀ ਰੱਖੀ ਹੈ, 20 ਨੂੰ ਪਾਰਟੀ ਰੱਖੀ ਹੈ ਵੀ ਜਿਸ ਦਿਨ ਵੀ ਮਰਡਰ ਹੋ ਗਿਆ ਅਸੀਂ ਪਾਰਟੀ। ਪਾਰਟੀ ਦਾ ਕੀ ਕਾਰਨ? ਦੇਖੋ ਭਾਜੀ, ਉਹ ਤਾਂ ਇਹਨਾਂ ਨੇ ਐਲੀਬਾਈ ਲੈ ਰਹੇ ਆ। ਉਹ ਤਾਂ ਹੁਣ ਸਾਰਿਆਂ ਨੂੰ ਹੀ ਪਤਾ ਜੀ ਕਿ ਲੋਕਲ ਐਲੀਬਾਈ ਇਜ਼ ਨੋ ਐਲੀਬਾਈ। ਸੋ ਵਾਟ ਦੇ ਆਰ ਸੇਇੰਗ ਇਜ਼ ਕਿ ਜਿਸ ਦਿਨ ਮਰਡਰ ਹੋਇਆ ਕਿ ਅਸੀਂ ਉੱਥੇ ਪਾਰਟੀ ਸੀਗੇ, ਐਂਡ ਪਾਰਟੀ ਦਾ ਜਿਹੜਾ ਪਲੇਸ ਆਫ ਹੈਗੀ ਹੈ, ਪਲੇਸ ਆਫ ਅਕਰੈਂਸ ਹੈਗੀ ਹੈ, ਦੈਟ ਇਜ਼ ਓਨਲੀ 5 ਮਿੰਟਸ ਡਰਾਈਵ। ਤੇ ਆ ਤਾਂ ਹੁਣ ਸੀਬੀਆਈ ਨੂੰ ਪਤਾ ਹੀ ਹੈ ਫਰਮ ਦਾ ਪਲੇਸ ਜਿੱਥੇ ਪਾਰਟੀ 'ਚ ਉੱਠ ਕੇ ਗਏ ਆ, ਜਿੱਥੇ ਮਰਡਰ ਹੋਇਆ ਉਸ ਤੋਂ ਪਾਰਟੀ ਵਾਲੀ ਜਗ੍ਹਾ ਦਾ ਜਿਹੜਾ 5 ਮਿੰਟ ਦਾ ਹੈਗਾ ਜੀ। ਆ ਤਾਂ ਹੁਣ ਸਾਰਿਆਂ ਨੂੰ ਹੀ ਪਤਾ ਹੈ ਜੀ ਕਿ ਲੋਕਲ ਐਲੀਬਾਈ ਇਜ਼ ਨੋ ਐਲੀਬਾਈ।
ਜਿਹੜੀ ਜੇ ਵੀ ਗੱਲ ਕੋਈ ਹੈਗੀ ਆਮ ਉਹਦਾ ਬੰਦੇ ਹਾਂਜੀ ਜੱਜ ਨਾ ਹੁੰਦੀ, ਆਮ ਬੰਦੇ ਹੁੰਦੇ, ਪੁਲਿਸ ਵਾਲਿਆਂ ਨੇ ਸਾਰੇ ਪਾਰਟੀ ਵਾਲੇ ਚੱਕ ਲੈਣੇ ਸੀ ਵੀ ਐ ਤੁਸੀਂ ਦੱਸੋ ਇੱਥੋਂ ਕਿਹੜਾ ਬੰਦਾ ਕਿੰਨਾ ਚਿਰ ਵਾਸਤੇ ਗਿਆ ਬਾਹਰ। ਇਹ ਦੋਨੋਂ ਪਿਓ ਧੀ 2 ਕਾਰਾਂ ਲੈ ਕੇ ਉੱਥੋਂ ਨਿਕਲੇ ਆ। ਉੱਥੇ ਲੋਕਾਂ ਨੇ ਜੋ ਮੈਂ ਹਰੇਕ ਮਾਂ ਕਰਕੇ, ਕੁੱਤਾ ਬਿੱਲਾ ਤਾਂ ਗਲੀ ਦਾ ਹੈ ਨਹੀਂ ਸੀ ਵੀ ਇਹ ਮਾਰ ਕੇ ਤੇ ਭੱਜ ਗਏ। ਮੈਂ ਇੱਕ ਇੱਕ ਆਸੇ-ਪਾਸੇ ਦੇ ਘਰਾਂ 'ਚ ਜਾ ਕੇ ਆਈ ਆ, ਸਾਹਮਣੇ ਸਭ ਨੇ ਮੈਨੂੰ ਦੱਸਿਆ ਵੀ ਉੱਥੋਂ 2 ਕਾਰਾਂ ਨਿਕਲੀਆਂ, ਉੱਥੇ ਇੱਕ ਧੋਬੀ ਸੀਗਾ। ਮੈਂ ਇਹ ਸੀਬੀਆਈ ਨੂੰ ਵੀ ਨਹੀਂ ਮੈਂ ਤਾਂ ਦੱਸਿਆ, ਮੈਨੂੰ ਆਪ ਨੂੰ ਪਤਾ। ਮੈਂ ਮਾਂ ਕਿਹੜੀ ਇਨਕੁਆਇਰੀ ਨਹੀਂ ਕਰੂਗੀ, ਮੈਂ ਇੱਕ ਇੱਕ ਇਨਕੁਆਇਰੀ ਸੀਬੀਆਈ ਤੋਂ ਵੱਧ ਕੀਤੀ ਹੈ। ਮੈਂ ਸਭ ਕੋਠੀਆਂ 'ਚ ਅੱਛਾ, ਤੁਸੀਂ ਜਦੋਂ ਮਰਡਰ ਤੋਂ ਬਾਅਦ ਜਦੋਂ ਤੁਸੀਂ ਉੱਥੇ ਪਹੁੰਚੇ? ਭੋਗ ਨਹੀਂ, ਜੇ ਮੈਨੂੰ ਮਰਡਰ ਤੋਂ ਬਾਅਦ ਮੈਨੂੰ ਸੁਰਤ ਹੁੰਦੀ ਨਾ, ਅੱਛਾ ਤੁਸੀਂ ਬਾਅਦ ਦੇ ਵਿੱਚ ਗਏ? ਪਤਾ ਨਹੀਂ ਕਿੰਨੇ ਕੁ ਦਿਨ ਮੈਂ ਸਿੱਪੀ ਦਾ ਮੂੰਹ ਵੀ ਨਹੀਂ ਦੇਖਿਆ, ਸਿੱਪੀ ਦੇ ਫੁੱਲਾਂ ਦਾ ਮੈਨੂੰ ਯਾਦ ਨਹੀਂ, ਭੋਗ ਦਾ ਮਾੜਾ ਮਾੜਾ ਯਾਦ ਆ। ਬੋਲੀ ਮੈਂ ਗਈ ਆ, ਮਤਲਬ ਜੇ ਕਹਿ ਦਈਏ 15-20 ਦਿਨ ਬਾਅਦ ਗਏ ਹੋ ਤੁਸੀਂ? ਹਾਂ ਮੈਂ ਗਈ ਆ ਆਸੇ-ਪਾਸੇ ਵੀ ਇੱਥੇ ਸੀ। ਕਿਸੇ ਨੇ ਕਿਹਾ ਜੀ 2 ਕਾਰਾਂ ਨਿਕਲੀਆਂ ਇੱਥੋਂ, ਛੋਟੀਆਂ ਕਾਰਾਂ ਅੱਗੜ ਪਿੱਛੜ। ਘਰ ਵਾਲਿਆਂ ਨੂੰ ਪਤਾ ਨਹੀਂਗਾ ਵੀ ਇੱਥੋਂ ਅੱਧਾ ਘੰਟੇ ਵਾਸਤੇ ਕਲਿਆਣੀ ਬਾਹਰ ਨਿਕਲੀ ਆ। ਜਿਹੜੇ ਉਹ ਜਿਨ੍ਹਾਂ ਦੇ ਘਰ 'ਚ ਪਾਰਟੀ ਸੀ, ਉਹ ਸਮੀਨਾ ਦੀ ਸਕੀ ਮਾਸੀ ਆ, ਉਹਨੂੰ ਪਤਾ ਸੀਗਾ ਵੀ ਇੱਥੋਂ ਇਹ ਗਏ ਆ। ਜੇ ਆਮ ਬੰਦੇ ਹੁੰਦੇ ਉਹ ਫੜ ਕੇ ਕੀਤੇ ਹੁੰਦੇ, ਬੰਦ 4 ਲਾਏ ਹੁੰਦੇ ਡੰਡੇ, ਉਹ ਤਾਂ ਫਟਾਫਟ ਬੋਲਦੇ ਵੀ ਹਾਂ ਭਾਈ ਇੱਥੋਂ ਇਹ ਗਏ ਸੀਗੇ ਪਾਰਟੀ ਵਿੱਚੋਂ, ਇਹ ਅੱਧੇ ਘੰਟੇ ਵਾਸਤੇ ਗਾਇਬ ਸੀ। ਇਹਨੇ ਵਾਪਸ ਆ ਕੇ ਕੇਕ ਕੱਟਿਆ। ਅੱਛਾ ਨੌਕਰ ਉੱਥੋਂ ਭਜਾਤੇ, ਜਿਹੜੀਆਂ ਨੌਕਰਾਨੀਆਂ ਉੱਥੋਂ ਉਹਨਾਂ ਨੇ ਉਹ ਕੱਢਤੇ ਆ ਵੀ ਉਹ ਦੱਸ ਦੇਣਗੇ। ਮੈਂ ਆਸੇ-ਪਾਸੇ ਦੀਆਂ ਸਾਰੀਆਂ ਕੋਠੀਆਂ 'ਚ ਸਭ ਉੱਥੇ ਪੈਟਰੋਲ ਪੰਪ ਜਿੱਥੋਂ ਇਹ ਲੰਘੀ ਸੀ, ਇਹਨਾਂ ਨੇ ਸਾਰੇ ਗਾਇਬ ਕੀਤੇ ਆ। ਫਿਰ 19 ਤਰੀਕ ਨੂੰ ਜਿੱਥੇ ਸ਼ਾਮ ਨੂੰ ਸਿੱਪੀ ਨੂੰ ਮਿਲੀ ਆ, ਜਿਹੜੀ ਕੁੜੀ ਇਹਨੂੰ ਨਾਲ ਲੈ ਕੇ ਗਈ ਆ ਕਲਿਆਣੀ ਸਿੱਪੀ ਨੂੰ ਮਿਲਣ ਗਏ, ਜਿੱਥੇ ਬੁਲਾਇਆ ਝੂਠ ਬੋਲਿਆ। ਸਿੱਪੀ ਨੂੰ ਕਹਿੰਦੀ ਇੱਥੇ ਮੈਂ ਤਾਂ ਕੰਸਲਟੇਸ਼ਨ ਦੇਣ ਲੱਗ ਪਈ ਆ ਆਪਣਾ ਉਹਦੀ ਕੀ ਕਹਿੰਦੇ ਹੁੰਦੇ ਕਿ ਡਾਈਟੀਸ਼ੀਅਨ ਦੀ, ਵੀ ਇੱਥੇ ਕਲੀਨਿਕ ਆ ਮੇਰੀ ਫਰੈਂਡ ਦਾ। ਉਹਨੂੰ ਵਿਚਾਰੇ ਨੂੰ ਕੀ ਪਤਾ ਬਾਹਰੋਂ ਆਇਆ ਸੀਗਾ। ਜੇ ਉਹਨੂੰ ਹੋਰ 8 ਦਿਨ ਮਿਲ ਜਾਂਦੇ ਨਾ ਹੋਰ, ਉਹ ਸਾਰਾ ਕੱਢ ਲੈਂਦਾ ਵੀ ਆ ਝੂਠ ਬੋਲਦੀ ਹੈ, ਮੈਨੂੰ ਇਹਨੇ ਝੂਠ ਬੁਲਾਇਆ, ਇਹ ਆ ਕਰ ਰਹੀ ਹੈ, ਮੈਨੂੰ ਮਾਰਨ ਦੀ ਪਲੈਨਿੰਗ ਕਰ ਰਹੀ ਹੈ। ਉਹਨੇ ਬਾਹਰ ਆਪਣੇ ਦੋਸਤ ਨੂੰ ਕਿਹਾ ਯਾਰ ਮੇਰਾ ਕਲਿਆਣ ਨਾ ਕਰਦੇ, ਇਹ ਵਰਡਿੰਗ ਬੋਲਿਆ। ਯਾਰ ਮੇਰਾ ਕਲਿਆਣ, ਉਹਨੂੰ ਸ਼ੱਕ ਤਾਂ ਪਿਆ ਹੋਣਾ, ਪਰ ਇੱਥੇ ਮੌਕਾ ਹੀ ਨਹੀਂ ਉਹਨੂੰ ਦਿੱਤਾ ਵੀ ਉਹ ਆ ਕੇ ਕੁਛ ਕਰ ਲੈਂਦਾ। ਜਦੋਂ ਜਹਾਜ਼ ਤੋਂ ਉਤਰਿਆ ਹੀ ਆ, ਅੱਧੇ ਘੰਟੇ ਬਾਅਦ ਕਲਿਆਣੀ ਹਾਜ਼ਰ ਸੀ ਔਰ ਮੈਂ ਗਵਾਹ ਬੈਠੀ ਆ। ਕਦੇ ਕੋਈ ਬਾਈ ਜੀ ਕੋਈ ਧਮਕੀ, ਕਦੇ ਕੋਈ ਅਜਿਹੀ ਗੱਲ ਹੋਈ ਹੋਵੇ, ਕਿਉਂਕਿ ਤੁਸੀਂ ਦੱਸ ਰਹੇ ਹੋ ਕਿ ਪੁਰਾਣੇ ਲਿੰਕ ਦੇ ਵਿੱਚ ਸੀ, ਕਦੇ ਤੁਹਾਨੂੰ ਪਹਿਲਾਂ ਥੋੜਾ ਬਹੁਤਾ ਆਈਡੀਆ ਵੀ ਲੱਗਿਆ ਹੋਵੇ ਕਿ ਇਹ ਹੋ ਸਕਦਾ? ਭਾਜੀ ਘਰੇ ਆ ਕੇ ਗਏ ਹੈ, ਕਲਿਆਣੀ ਦੇ ਫਾਦਰ ਤੇ ਮਦਰ ਘਰੇ ਆ ਕੇ ਗਏ ਹੈ, ਮਦਰ ਨੂੰ ਧਮਕੀ ਦੇ ਕੇ ਗਏ ਆ। ਐਕਚੁਅਲੀ ਭਾਜੀ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਸਾਡੇ ਆ ਫੈਮਿਲੀ ਨਾਲ 30 ਸਾਲ ਦੇ ਰਿਲੇਸ਼ਨ ਸੀਗੇ। ਸਾਡੇ ਤਾਂ ਮੇਰੇ ਫਾਦਰ ਸਾਹਿਬ ਦੇ ਤੇ ਇਹਨਾਂ ਦੇ ਤਾਂ ਗੋਦੀ 'ਚ ਖੇਡੀ ਹੈ ਕੁੜੀ। ਤੇ ਕਈ ਲੋਕ ਸਾਨੂੰ ਆਹੀ ਵੀ ਪੁੱਛਦੇ ਆ ਕਿ ਜੇ ਤੁਹਾਨੂੰ ਪਤਾ ਸੀਗਾ ਕਿ ਤੁਸੀਂ ਮਨਾ ਕਰਤਾ, ਤੁਸੀਂ ਤਾਂ ਵੀ ਵਰਤ ਕਿਉਂ ਰਹੇ ਸੀਗੇ? ਉਹ ਸਬੀਨਾ ਕਹਿ ਕੇ ਗਈ ਜਾਂਦੀ ਹੁੰਦੀ ਸੀਗੀ, ਕਹਿੰਦੀ ਚਲੋ ਆਪਣਾ ਰਿਸ਼ਤਾ ਸਿਰੇ ਨਹੀਂ ਚੜਿਆ, ਬਟ ਫਿਰ ਵੀ ਮੈਂ ਆਂਟੀ ਤੋਂ ਹੂੰ ਸਿੱਪੇਗੀ। ਚਲੋ ਬਾਕੀ ਗੱਲਾਂ ਭਾਜੀ ਦੇਖੋ, ਚਲੋ ਮਾਤਾ ਜੀ ਗੱਲਾਂ ਕਰ ਰਹੇ ਆ ਸਾਰੀਆਂ ਠੀਕ ਹੈ, ਆ ਤਾਂ ਕੋਈ ਪ੍ਰੋਬਲਮ ਨਹੀਂ। ਦੇਖੋ ਸੀਬੀਆਈ ਨੇ ਤਾਂ ਚਲਾਨ ਪੇਸ਼ ਕਰਤਾ, ਬਿਲਕੁਲ ਦੈਟ ਇਜ਼ ਨਾਟ ਉਹਨਾਂ ਨੇ ਤਾਂ ਸਾਰਾ ਲਿਖਤਾ, ਚਲਾਨ 'ਚ ਲਿਖਤਾ ਸ਼ੀ ਫਾਇਰਡ ਦ 2 ਗਨ ਸ਼ਾਟਸ, ਵਾਟ ਵਾਸ ਦ ਰੀਜ਼ਨ, ਵਾਟ ਵਾਸ ਦ ਐਵਰੀਥਿੰਗ। ਹੁਣ ਤਾਂ ਉਹਦੀ ਗੱਲ ਹੀ ਨਹੀਂ ਹੈ ਉਹਦਾ। ਹਾਂਜੀ ਹਾਂਜੀ ਮੈਂ ਕਹਿ ਰਹੀ ਹਾਂ ਸ਼ਾਇਦ ਅੱਗੇ ਦੱਸਿਆ ਜਾਂ ਨਹੀਂ ਮੈਨੂੰ ਨਹੀਂ ਪਤਾ। ਮੈਂ ਜ਼ਿੱਪੀ ਨੂੰ ਕਹਿੰਦੀ ਹਾਂ, ਮੈਂ ਕਿਹਾ ਜ਼ਿੱਪੀ ਸ਼ੁਕਰ ਕਰ ਤੂੰ ਬਚ ਗਿਆ, ਜਿਹੜਾ ਉਹ ਪਿੱਛੋਂ ਜ਼ਿਆਦਾ ਆਉਂਦੀ ਰਹੀ ਹੈ ਨਾ, ਕਿਉਂਕਿ ਪੂਰੀ ਪਲੈਨਿੰਗ ਆ ਪੂਰੀ ਫੈਮਿਲੀ ਦੀ। ਉਹਨੇ ਕਿਹਾ, ਸਿੱਪੀ ਨੇ ਮੈਨੂੰ ਕਿਹਾ ਮਾਮਾ ਇਹਨੂੰ ਝਿੜਕਿਓ ਨਾ, ਕਿਉਂਕਿ ਸਿੱਪੀ ਕੋਲੇ ਝੂਠ ਬੋਲੀ ਵੀ ਮੈਂ ਡਿਪਰੈਸ਼ਨ ਵਿੱਚ ਆ। 19 ਤਰੀਕ ਨੂੰ ਉਹਨੂੰ ਬੋਲਦੀ ਆ, ਤੁਸੀਂ ਦੇਖੋ ਇਹਦਾ ਮਤਲਬ ਸਮਝੋ। ਕਹਿੰਦੀ ਅੱਜ ਮੇਰੀ ਲਾਸਟ ਗੋਲੀ ਰਹਿ ਗਈ, ਕੱਲ ਨੂੰ ਮੇਰੀ ਦਵਾਈ ਖਤਮ ਹੋ ਜੂਗੀ, ਵੀ ਕੱਲ ਨੂੰ ਤਾਂ ਤੈਨੂੰ ਖਤਮ ਕਰ ਦੂੰ। ਕਿਹੜਾ ਡਿਪਰੈਸ਼ਨ? ਸਿੱਪੀ ਮੇਰੀ ਅੱਜ, ਉਹਨੇ ਪੁੱਛਿਆ ਨਾ ਤੇਰੇ ਡਿਪਰੈਸ਼ਨ ਦਾ ਕੀ ਹਾਲ ਹੈ? ਕਹਿੰਦੀ ਮੇਰੀ ਅੱਜ ਦੀ ਲਾਸਟ ਗੋਲੀ ਹੈ, ਕੱਲ ਨੂੰ ਮੇਰੀ ਦਵਾਈ ਬੰਦ ਹੋ ਜੂਗੀ। ਤੁਸੀਂ ਸਮਝਣ ਵਾਲੇ ਤੁਸੀਂ ਗੱਲ ਪੁੱਛੋ, ਮੇਰੇ ਸਾਹਮਣੇ ਬੈਠੇ। ਫਿਰ ਮੈਂ ਪੁੱਛਾਂ ਵੀ ਕਿਹੜਾ ਡਿਪਰੈਸ਼ਨ ਸੀ, ਕਿਉਂ ਸੀ? ਝੂਠ ਸਿਰਫ ਸਿੰਪਟ ਵੀ ਕਿਤੇ ਇਹ ਨਾ ਪੁੱਛ ਲੈ ਵੀ ਆਉਂਦੀ ਕਿਉਂ ਆ ਤੂੰ। ਜੇ ਨਹੀਂ ਤਾਂ ਉਹਨੂੰ ਪੁੱਛਦਾ, ਮੈਂ ਕਹਿ ਦਿੰਦੀ ਵੀ ਤੂੰ ਭਾਈ ਸਾਡੇ ਘਰੇ ਨਾ ਆ। ਸਿਰਫ ਉਹ ਸਿੱਪੀ ਨੇ ਕਹਿਤਾ ਵੀ ਮਾਮਾ ਇਹ ਵਿਚਾਰੀ ਡਿਪਰੈਸ਼ਨ 'ਚ ਹੈ, ਕੁਛ ਕਰ ਲੂਗੀ। ਮੈਨੂੰ ਇਹ ਵੀ ਸੀਗਾ, ਮੈਂ ਕਿਹਾ ਕੁਛ ਆਪਣਾ ਵੇਨ ਕੱਟ ਕੇ ਮਰ ਜੂਗੀ, ਕੁਛ ਖਾ ਕੇ ਮਰ ਜੂਗੀ, ਸਾਨੂੰ ਮਾਂ ਪੁੱਤਾਂ ਨੂੰ ਵਸਾ ਦੂਗੀ। ਉਸ 1 ਮਹੀਨਾ ਇਹ ਲਗਾਤਾਰ ਕਾਫੀ ਆਈ ਹੈ ਸਾਡੇ ਘਰ, ਅਗਸਤ ਵਿੱਚ ਵੀ ਬਹੁਤ ਆਈ ਹੈ। ਮੇਰੇ ਕੋਲੇ ਦਿਨ ਵੀ ਲਿਖੇ ਪਏ ਜਿਹੜੇ ਜਿਹੜੇ ਦਿਨਾਂ 'ਚ ਇਹ ਕਾਫੀ ਆਉਂਦੀ ਰਹੀ ਹੈ। ਤੇ ਉਹ ਮੈਂ ਤਾਂ ਚੁੱਪ ਹੋ ਜਾਂਦੀ ਵੀ ਇਹ ਡਿਪਰੈਸ਼ਨ ਦੇ ਵਿੱਚ ਹੈ। ਤੇ ਤਾਂ ਪਰ ਹੁਣ ਮੇਰਾ ਦਿਮਾਗ ਕੰਮ ਕਰ ਰਿਹਾ ਵੀ ਇਹ ਆਉਂਦੀ ਸੀ। ਜੇ ਸਾਡੀ ਸਿੱਪੀ ਦੀ ਬੰਦੂਕ ਸ਼ੂਟਰ ਸੀਗਾ, ਰਾਈਫਲ ਚੱਕ ਲੈਂਦੀ, ਸਿੱਪੀ ਨੂੰ ਆਪਣੇ ਘਰ, ਹੋ ਸਕਦਾ ਇਹਦੀ ਪਲੈਨਿੰਗ ਹੋਵੇ ਜਿਹੜਾ ਇਹ ਇੰਨਾ ਆਈ ਆ। ਜੇ ਸਾਡੇ ਸਿੱਪੀ ਨੇ ਉੱਥੇ ਮਾਰ ਦਿੰਦੀ ਨਾ, ਗਵਾਹੀ ਇਹਨੇ ਦੇਣੀ ਸੀ ਵੀ ਮੈਂ ਸਾਹਮਣੇ ਸੀ, ਦੋਨੋਂ ਭਰਾ ਲੜ ਪਏ, ਜ਼ਿੱਪੀ ਨੇ ਗੋਲੀ ਮਾਰੀ ਆ। ਬਿਲਕੁਲ
ਮੈਂ ਉਹੀ ਕਹਿੰਦੀ ਆ ਨਾ, ਇਹਦੀ ਪਲੈਨਿੰਗ ਇਹੀ ਸੀ ਜਿਹੜਾ ਇੰਨੇ ਬਾਅਦ ਵਿੱਚ ਅਗਸਤ ਵਿੱਚ ਸਤੰਬਰ 'ਚ ਜਾਣ ਤੋਂ ਪਹਿਲਾਂ ਇਹ, ਜਿਵੇਂ ਆਪਾਂ ਦੇਸੀ ਬੋਲੀ 'ਚ ਕਹਿੰਦੇ ਆ ਵੀ ਜ਼ਹਿਰ ਘੋਲਦੀ ਫਿਰਦੀ ਸੀ ਸਪਨੀ ਵਾਂਗੂ, ਤੇ ਉਹਨੂੰ ਖਤਮ ਐਸ ਵੀ ਇਹਨਾਂ ਦਾ ਪਰਿਵਾਰ ਖਤਮ ਕਰਾਂ ਵੀ ਇਹ ਜੇਲ੍ਹ ਚਲਾ ਜਾਊਗਾ, ਤੇ ਗਵਾਹੀ ਇਹਨੇ ਦੇ ਦੇਣੀ ਸੀ ਵੀ ਦੋਨੋਂ ਭਰਾ ਲੜੇ ਸੀ ਤੇ ਮਾਰ ਉਹਨੇ ਦੇਣਾ ਸੀਗਾ, ਕਿਉਂਕਿ ਬਿਲਕੁਲ ਆਪਣੇ 30 ਸਾਲ ਦੋਸਤੀ ਹੋਵੇ ਤਾਂ ਕਿਵੇਂ ਬੰਦਾ ਰੈਗੂਲਰ ਹੀ ਤੁਹਾਡੇ ਘਰ ਆਉਂਦਾ। ਸਬੀਨਾ ਦੇ ਹਸਬੰਡ ਇਹਦੇ ਪਾਪਾ ਦੀ ਡੈੱਡ ਬੋਡੀ ਲੈ ਕੇ ਆਏ ਆ ਜਦੋਂ ਡੈਥ ਹੋਈ ਹੈ। ਅੱਛਾ, ਇਸ ਕੇਸ ਤੋਂ ਬਾਅਦ ਤੁਹਾਡੀ ਕਦੇ ਉਸ ਪਰਿਵਾਰ ਦੇ ਨਾਲ ਆਮਣਾ ਸਾਹਮਣਾ ਹੋਇਆ ਜਾਂ ਉਹਨਾਂ ਵੱਲੋਂ ਕੋਈ ਗੱਲ ਕਹੀ ਗਈ ਹੋਵੇ ਕਿ ਨਹੀਂ ਸਾਡਾ ਕੋਈ ਤੁਹਾਡੇ ਹੋਈ ਹੈ ਉਹਨਾਂ ਦੇ ਨਾਲ ਕੋਈ ਮੀਟਿੰਗ? ਭਾਜੀ ਮੈਂ ਭਰਾ ਖੋਇਆ ਜੀ ਆਪਦਾ। ਨਹੀਂ, ਉਹਨਾਂ ਵੱਲੋਂ ਕੋਈ ਉਹਨਾਂ ਵੱਲੋਂ ਜੀ ਸਾਨੂੰ ਕਦੇ ਨਹੀਂ ਕਿਸੇ ਨੇ ਅਪਰੋਚ ਕੀਤਾ। ਕੋਈ ਜਿਹੜੀ ਲਾਸਟ ਰਾਈਡ ਸੀ ਉੱਥੇ ਪਹੁੰਚੇ ਹੋਣ ਜਾਂ ਕੋਈ ਇਦਾਂ ਦੀਆਂ ਚੀਜ਼ਾਂ? ਸਾਰਿਆਂ ਨਾਲੋਂ ਮੇਨ ਤਾਂ ਗੱਲ ਸੀਬੀਆਈ ਨੇ ਆਹੀ ਕੱਢੀ ਹੈ ਜੀ ਕਿ ਆਹ ਸ਼ੀ ਵਾਂਟਡ ਟੂ ਮੈਰੀ ਹਿਮ, ਆਹ ਨਾ ਭੋਗ ਤੇ ਆਈ ਹੈ ਨਾ ਸੰਸਕਾਰ ਤੇ ਆਈ ਹੈ, ਤੇ ਮੇਨ ਤਾਂ ਆਹੀ ਗੱਲ ਹੈ। ਇਹ ਪਹਿਲਾਂ ਕਹਿੰਦੀ ਸੀ ਵੀ ਮੈਂ ਤਾਂ ਕਿੰਨਾ ਚਿਰ ਹੋ ਗਿਆ ਵੀ ਸਾਲ ਜਦੋਂ ਤੋਂ ਜਵਾਬ ਦੇ ਤਾਂ ਅਸੀਂ ਮਿਲੇ ਨਹੀਂ। ਇਹਨਾਂ ਨੂੰ ਐਸੇ ਫੋਨ ਤਾਂ ਖੁੱਲਣਾ ਨਹੀਂ, ਪਤਾ ਨਹੀਂ ਲੱਗਣਾ। ਹੁਣ ਜਦੋਂ ਫੋਨ ਖੁੱਲ ਗਿਆ 5 ਦਿਨ ਪਹਿਲਾਂ ਅੱਛਾ, ਸੀਬੀਆਈ ਵੱਲੋਂ ਜਿਹੜਾ ਫੋਨ ਸਾਰੇ ਖੋਲ ਲਿੱਤੇ ਗਏ? ਸਾਰੇ ਖੋਲ ਦਿੱਤੇ ਗਏ ਜੀ। ਇਟ ਵੈਂਟ ਟੂ ਦਾ ਐਫਬੀਆਈ, ਉੱਥੇ ਐਫਬੀਆਈ ਤੋਂ ਪਰਮਿਸ਼ਨ ਪਹਿਲਾਂ ਤਾਂ ਇਹਨਾਂ ਨੇ ਕੀ ਨਿਕਲਿਆ ਉਹਦੇ ਵਿੱਚ? ਫੋਨ ਦੇ ਵਿੱਚ ਕੁਝ ਬਹੁਤ ਕੁਝ ਨਿਕਲੇ ਜੀ, ਸਾਰਾ ਕੁਝ ਨਿਕਲ ਗਿਆ। 5 ਦਿਨ ਪਹਿਲਾਂ ਤੱਕ ਸਿੱਪੀ ਨਾਲ ਚੈਟਿੰਗ ਹੋ ਰਹੀ ਆ ਈਮੇਲ ਦੇ ਉੱਤੇ। ਹੁਣ ਤੁਹਾਡੀ ਆਪਾਂ ਕਿੰਨੇ ਵਾਰੀ ਮਿਲੇ ਆ, ਮੈਨੂੰ ਕੱਲ ਨੂੰ ਕੁਝ ਹੋ ਜਾਂਦਾ, ਤੁਹਾਨੂੰ ਦੁੱਖ ਹੋਊਗਾ, ਤੁਸੀਂ ਮੇਰੇ ਘਰੇ ਵੀ ਆਉਂਗੇ। ਬਿਲਕੁਲ ਵੀ ਆਂਟੀ ਨੂੰ ਮੈਂ ਜਾਣਦਾ, ਥੋੜਾ ਜਿਹਾ ਮਿਲੇ ਆਪਾਂ ਇੱਕ ਵਾਰੀ। ਤੇ ਸਿੱਪੀ ਨਾਲ ਇੰਨੇ ਪੁਰਾਣੇ 30 ਸਾਲ ਪੁਰਾਣੇ ਰਿਲੇਸ਼ਨ ਹੋਣ ਦੇ ਬਾਵਜੂਦ ਤੇ ਕਲਿਆਣੀ ਅਗਲੇ ਦਿਨ ਕਾਲਜ ਟੀਚ ਕਰਨ ਗਈ ਆ। 5 ਦਿਨ ਪਹਿਲਾਂ ਨਾਲ ਤਾਂ ਚੈਟ ਹੋ ਰਿਹਾ, ਉਸ ਤੋਂ ਬਾਅਦ ਇਹ ਨਾ ਭੋਗ ਤੇ ਨਾ ਕਰਿਆ ਹੀ ਹੈ। ਇਹਨਾਂ ਸਾਰੀਆਂ ਗੱਲਾਂ ਦਾ ਜ਼ਿਕਰ ਸੀਬੀਆਈ ਨੇ ਆਪਣੇ ਚਲਾਨ ਦੇ ਵਿੱਚ ਕੀਤਾ? ਬਿਲਕੁਲ ਜੀ, ਬਿਲਕੁਲ ਐਵਰੀਥਿੰਗ। ਉਹ ਤਾਂ ਹੁਣ ਕੋਈ ਹੈ ਹੀ ਨਹੀਂ। ਜੇ ਸਾਨੂੰ ਰੱਬ ਵੀ ਆ ਕੇ ਕੁਝ ਕਹਿ ਦੇ ਨਾ ਹੁਣ ਕਿ ਕੋਈ ਹੋਰ ਬੰਦਾ ਵੀ ਖੜਾ ਹੋ ਕੇ ਕਹਿ ਦੇ ਕਿ ਭਾਈ ਮੈਂ ਕੀਤਾ, ਤੇ ਅਸੀਂ ਤਾਂ ਵੀ ਨਹੀਂ ਮੰਨਾਂਗੇ। ਸਾਨੂੰ ਤਾਂ ਹੁਣ ਸਾਨੂੰ ਪਤਾ ਹੈ ਕਿਹਨੇ ਕੀਤਾ। ਦੇਵਰ ਇਹਨਾਂ ਦੀ ਦੇਖੋ ਪਲੈਨਿੰਗ, ਪ੍ਰੋਪਰ ਪਲੈਨਿੰਗ ਸੀਗੀ, ਕੋਈ ਆਏ ਪਲੈਨਿੰਗ ਨਹੀਂ ਹੈ। ਮੈਂ ਦੇਖੋ ਤੁਹਾਡੇ ਚੈਨਲ ਥਰੂ ਫੇਰ ਕਹਿ ਰਿਹਾ ਕਿ ਕੱਲੀ ਕਲਿਆਣੀ ਨਹੀਂ ਇਨਵੋਲਡ, ਸਬੀਨਾ ਇਨਵੋਲਡ ਹੈ, ਪੂਰੀ ਫੈਮਿਲੀ ਇਨਵੋਲਡ ਹੈ। ਸਬੀਨਾ ਦਾ ਹਸਬੰਡ ਐਡਵੋਕੇਟ ਪਰਮਿੰਦਰ ਸਿੰਘ ਉਹ ਇਨਵੋਲਡ ਹੈ। ਐਂਡ ਜਿਹੜੀ ਦੂਸਰੀ ਗੱਲ, ਤੁਸੀਂ ਸਬੀਨਾ ਦਾ ਔਨ ਦਾ ਡੇ ਆਫ ਦਾ ਮਰਡਰ ਕਲਿਆਣੀ ਨੂੰ ਮੈਸੇਜ ਹੈ ਬੈਸਟ ਆਫ ਲੱਕ, ਜਿਹੜਾ ਬੰਦਾ ਅਸੀਂ ਉਹ ਚੀਜ਼ਾਂ ਸਾਰੀਆਂ ਮੈਂਸ਼ਨ ਕੀਤੀਆਂ। ਪਾਰਟੀ ਜੋ 2 ਕਾਰਾਂ ਗਈਆਂ ਉਥੋਂ ਪੁੱਛਣ ਕਾ ਦੂਜਾ ਬੰਦਾ ਕੌਣ, ਉਹਨਾਂ ਵਿੱਚੋਂ ਹੀ ਆ, ਇਹਨਾਂ ਦੀ ਫੈਮਿਲੀ ਦਾ ਬੰਦਾ ਹੀ ਹੈ ਜਿਹੜਾ ਨਾਲ ਗਿਆ। ਅੱਛਾ, ਬੈਸਟ ਆਫ ਲੱਕ ਦਾ ਮੈਸੇਜ? ਬੈਸਟ ਆਫ ਲੱਕ ਦਾ ਮੈਸੇਜ ਹੈ ਜੀ ਸਬੀਨਾ ਦਾ ਆਪਦੀ ਕੁੜੀ ਨੂੰ। ਸੀਬੀਆਈ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਸੀਬੀਆਈ ਨੂੰ ਸਾਰੀਆਂ ਗੱਲਾਂ ਪਤਾ ਹੈ ਜੀ, ਆਹ ਸਾਰੀਆਂ ਚੀਜ਼ਾਂ ਪਤਾ ਹੈ। ਸਾਡੀ ਜਦੋਂ ਪਿਛਲੀ ਵਾਰ ਰਹੀ, ਅਸੀਂ ਜਿਹੜੇ ਹੁਣ ਕੀ ਪੁੱਛਿਆ ਹੋਊਗਾ ਸੀਬੀਆਈ ਨੇ ਕਿ ਬੈਸਟ ਆਫ ਲੱਕ? ਬਿਲਕੁਲ ਜੀ, ਉਹ ਹੁਣ ਸਾਨੂੰ ਆਪਦੀਆਂ ਗੱਲਾਂ ਕਈ ਡਿਸਕਲੋਜ਼ ਨਹੀਂ ਕਰਦੇ ਨਾ, ਜਿਹੜਾ ਕੁਐਸਚਨੇਅਰ ਹੁੰਦਾ ਦੇ ਡੋਨਟ ਡਿਸਕਲੋਜ਼ ਇਟ। ਬਟ ਉਹ ਗੱਲਾਂ ਦੇਖੋ, ਉਹ ਕੱਢ ਕੇ ਹੀ ਸਾਰਾ ਕੁਝ ਦੇਖੋ, ਸਰਕਮਸਟੈਂਸ਼ੀਅਲ ਐਵੀਡੈਂਸ ਹੁੰਦੀ ਹੈ, ਡਾਇਰੈਕਟ ਐਵੀਡੈਂਸ ਹੈ, ਵਿਟਨੈਸਸ ਹੈਗੇ ਆ, ਸਰਕਮਸਟੈਂਸ਼ੀਅਲ ਐਵੀਡੈਂਸ ਹੈ, ਡਾਇਰੈਕਟ ਐਵੀਡੈਂਸ ਹੈ, ਓਰਲ ਐਵੀਡੈਂਸ ਹੈ। ਸੀਬੀਆਈ ਸਾਡੇ ਕਹਿਣ ਤੇ ਕਿਉਂ ਕਰੂਗੀ? ਅਸੀਂ ਕੋਈ ਜੱਜ ਸਾਡਾ ਹੁਣ ਜਿਹੜਾ ਮੇਨ ਆ ਹੈ ਜੀ, ਮੇਨ ਆਹੀ ਹੈ ਕਿ ਇਹਨਾਂ ਨੇ ਪਹਿਲਾਂ ਤਾਂ ਇਹਨਾਂ ਨੂੰ ਆਏ ਸੀਗਾ ਕਿ ਸੀਬੀਆਈ ਨੂੰ ਕੇਸ ਨਹੀਂ ਜਾਣਾ, ਬਿਕੋਜ਼ ਸ਼ੀ ਵਾਸ ਦਾ ਹਾਈ ਕੋਰਟ ਜੱਜ, ਹੈ ਨਾ। ਇਹਨਾਂ ਨੂੰ ਆਏ ਸੀਗਾ ਜੇ ਜਾਣਗੇ ਤਾਂ ਇਹਦੇ ਕੋਰਟ ਦੇ ਥਰੂ ਜਾਣਗੇ, ਇਹਨੇ ਜਾਣ ਨਹੀਂ ਦੇਣਾ ਸੀ ਸਬੀਨਾ ਨੇ। ਚਲੋ ਸੀਬੀਆਈ ਨੂੰ ਚਲਾ ਗਿਆ। ਉਸ ਤੋਂ ਬਾਅਦ ਜੀ ਪਹਿਲਾਂ ਤਾਂ ਕਹਿ ਰਹੀ ਸੀ, ਕਹਿੰਦੀ ਕੌਣ ਸਿੱਪੀ, ਮੈਂ ਤਾਂ ਸਿੱਪੀ ਕੋ ਜਾਣਤੀ ਨਹੀਂ। ਅੱਛਾ, ਸੀਬੀਆਈ ਨੇ ਸਾਰਾ ਹੀ ਕੱਢ ਲਿਆ। ਆਫਟਰ ਦੈਟ ਆਹ ਗਾਂਧੀ ਨਗਰ ਗਏ, ਫਿਰ ਉਹ ਹੋਮ ਮਿਨਿਸਟਰੀ ਨੇ ਉੱਤੇ ਐਫਬੀਆਈ ਭੇਜਿਆ ਸਾਰਾ ਫੋਨ ਵਗੈਰਾ। ਸਾਨੂੰ ਤਾਂ ਹੁਣ ਪਤਾ ਹੀ ਸੀਗਾ ਜੀ ਕਿ ਵੀ ਤੋਂ ਨੋ ਫਰਮ ਸਾਨੂੰ ਤਾਂ ਪਹਿਲੇ ਦਿਨ ਤੋਂ ਹੀ ਪਤਾ ਸੀਗਾ ਕਿਹਨੇ ਕੀਤਾ ਐਗਜ਼ੀਕਿਊਟ, ਕਿਹਨੇ ਕੀਤਾ। ਐਂਡ ਸਾਨੂੰ ਐਂ ਵੀ ਪਤਾ ਹੈ ਕਿ ਹੂ ਦਾ ਐਗਜ਼ੀਕਿਊਟਰ ਵਾਸ। ਇਹਨੇ 2 ਫਾਇਰ ਮਾਰੇ ਹੈ, ਇੱਕ ਨਾਲ ਵਾਲੇ ਬੰਦੇ ਨੇ ਮਾਰੇ ਆ, ਉਹ ਸਾਨੂੰ ਹੁਣ ਵੀ ਪਤਾ ਹੈ। ਬਟ ਮੈਂ ਹੁਣ ਉਹ ਲੀਗਲ ਗੱਲਾਂ, ਫੈਮਿਲੀ ਚੋਂ ਬੰਦਾ ਹੈ, ਬਟ ਅਸੀਂ ਲੀਗਲ ਗੱਲਾਂ ਕਰਾਂਗੇ ਕਿ ਜਿਹੜਾ ਚਲਾਨ 'ਚ ਜਿਹੜਾ ਮੈਂਸ਼ਨ ਕੀਤਾ, ਜਿਹੜਾ ਔਨ ਰਿਕਾਰਡ ਮੈਂਸ਼ਨ ਕੀਤਾ, ਔਨ ਰਿਕਾਰਡ 'ਚ ਇਹਨੇ ਮੇਰੇ ਬ੍ਰਦਰ ਦੇ 2 ਫਾਇਰ ਮਾਰੇ ਆ। ਪਰ ਤੁਸੀਂ ਇੰਨੇ ਦਾਅਵੇ ਨਾਲ ਇਹ ਗੱਲਾਂ ਕਿਵੇਂ ਕਹਿ ਸਕਦੇ ਹੋ? ਦੇਖੋ ਭਾਜੀ, ਪਤਾ ਹੈ ਜੀ ਸਾਨੂੰ ਆ ਸਾਰੀਆਂ ਗੱਲਾਂ, ਵੇਖੀ ਹੈ ਲੋਕਾਂ ਨੇ, ਸਾਰਾ ਕੁਝ ਦੇਖਿਆ ਹੈ, ਵਿਟਨੈਸਸ ਵੀ ਹੈਗੇ ਆ, ਸਾਰਾ ਕੁਝ ਹੈਗਾ। ਅਸੀਂ ਹੁਣ ਦੇਖੋ ਉਹੀ ਅਸੀਂ ਤਾਂ ਹੁਣ ਲੀਗਲੀ ਫਾਈਟ ਕਰ ਸਕਦੇ ਹਾਂ, ਐਂਡ ਉਹ ਅਸੀਂ ਕਰ ਰਹੇ ਹਾਂ। ਕਿੰਨੇ ਬੰਦੇ ਭਜਾਏ ਉਹਨੇ ਦਿਲਾਵਰੀ ਨੇ? ਸੰਤੁਸ਼ਟ ਹੋ ਸੀਬੀਆਈ ਦੀ ਜਿਹੜੀ ਸਾਰੇ ਚਲਾਨ ਤੋਂ? ਨਹੀਂ, ਸੀਬੀਆਈ ਦੇ ਚਲਾਨ ਤੋਂ ਸੰਤੁਸ਼ਟ ਹੈ ਜੀ। ਦੇਖੋ ਪ੍ਰੈਸ਼ਰ ਤਾਂ ਹੁੰਦਾ ਹੀ ਹੈ ਜੀ। ਹੁਣ ਮੈਂ ਖੁਦ ਐਡਵੋਕੇਟ ਹਾਂ, ਸਾਨੂੰ ਪਤਾ ਹੈ। ਦੇਖੋ ਪੁਲਿਸ ਨੇ ਤਾਂ ਹੈਂਡ ਐਂਡ ਗਲਵ ਸੀਗੀ, ਨੋ ਡਾਊਟ। ਸੀਬੀਆਈ ਦੇਖੋ ਭਾਜੀ, ਮੈਂ ਫੇਰ ਰਿਪੀਟ ਕਰ ਰਿਹਾ ਕਿ ਥਾਣੇਦਾਰ ਦੀ ਕੁੜੀ ਮਾਂ ਨਹੀਂ ਹੁੰਦੀ। ਚੀਫ ਜਸਟਿਸ ਇਜ਼ ਅ ਬਿਗ ਥਿੰਗ। ਜੁਡੀਸ਼ਰੀ ਤੋਂ ਸਾਰੇ ਲੋਕ ਡਰਦੇ ਆ। ਜੇ ਕੋਈ ਪੋਲੀਟੀਸ਼ੀਅਨ ਦੀ ਕੁੜੀ ਹੁੰਦੀ, ਕਿਸੇ ਹੋਰ ਦੀ ਹੁੰਦੀ, ਇਹਨਾਂ ਨੇ ਚੱਕ ਲੈਣੀ ਸੀਗੀ ਪਹਿਲਾਂ ਹੀ, ਪੁਲਿਸ ਨਹੀਂ ਕਰ ਦੇਣੀ ਸੀਗੀ। ਜੁਡੀਸ਼ਰੀ ਦਾ ਭਾਜੀ ਇੱਕ ਬੜਾ ਹਊਆ ਬਣਿਆ ਹੋਇਆ ਆਪਣੇ ਹਿੰਦੁਸਤਾਨ 'ਚ। ਮੈਂ ਦੇਖੋ ਆਇਨ, ਸਾਡੀ ਵੀ ਜੁਡੀਸ਼ੀਅਲ ਫੈਮਿਲੀ ਹੈ, ਮੇਰੇ ਗ੍ਰੈਂਡਫਾਦਰ ਵੀ ਸੀਗੇ ਹਾਈ ਕੋਰਟ ਜੱਜ ਸੀਗੇ। ਐਕਚੁਅਲੀ ਸਾਰੇ ਲੋਕ ਇੱਕ ਬਰਾਬਰ ਨਹੀਂ ਹੁੰਦੇ, ਲੋਕ ਚੰਗੇ ਵੀ ਬਹੁਤ ਪਏ ਹੈ।
ਅਸੀਂ ਜਿਵੇਂ ਹੁਣ ਸੁਰੇਸ਼ਵਰ ਠਾਕੁਰ ਦੇ ਖਿਲਾਫ ਅਸੀਂ ਐਡਮਿਨਿਸਟ੍ਰੇਟਿਵ ਕੰਪਲੇਂਟ ਦਿੱਤੀ ਹੈ ਕਿ ਭਾਈ ਜੇ ਜ਼ਮਾਨਤ ਦੇਣੀ ਸੀ ਦੇ ਦਿੰਦਾ, ਜ਼ਮਾਨਤ ਦੇਣੀ ਸੀ ਦੇ ਦਿੰਦਾ। ਵਾਈ ਹੀ ਮੈਂਸ਼ਨਡ ਇਨ ਦਾ 49 ਪੇਜ ਜਜਮੈਂਟ ਦੈਟ ਵੀ ਆਰ ਟ੍ਰਾਈਂਗ ਟੂ ਇਨਫਲੂਐਂਸ ਦਾ ਸੀਬੀਆਈ ਇਜ਼ ਪਲਾਂਟਿੰਗ ਵਿਟਨੈਸਸ ਐਂਡ ਐਵਰੀਥਿੰਗ। ਉਹਦਾ ਮਕਸਦ ਹੁੰਦਾ ਹੈ, ਆ ਜੱਜ ਸਾਹਿਬ ਨੂੰ ਜਿਹੜੇ ਸੁਪਰੀਮ ਕੋਰਟ ਦੇ ਜੱਜਸ ਵੀ ਹੈ ਉਹਨਾਂ ਨੂੰ ਵੀ ਪਤਾ ਹੈ, ਉਹਦਾ ਮਕਸਦ ਆ ਹੁੰਦਾ ਹੈ ਕਿ ਦੇ ਵਾਂਟ ਟੂ ਇਨਫਲੂਐਂਸ ਦਾ ਟ੍ਰਾਇਲ ਕੋਰਟ। ਹੁਣ ਸਾਡਾ ਦੇਖੋ ਜੀ, ਇੱਕ ਤਾਂ ਸੁਪਰੀਮ ਕੋਰਟ ਚੱਲ ਰਿਹਾ ਹੈ, ਸੁਪਰੀਮ ਕੋਰਟ ਆ ਸੀਬੀਆਈ ਚਲੀ ਗਈ, ਅਸੀਂ ਚਲੀ ਗਏ, ਥੱਲੇ ਹੁਣ ਟ੍ਰਾਇਲ ਕੋਰਟ ਤੇ ਚੱਲ ਰਿਹਾ। ਮੈਜਿਸਟ੍ਰੇਟ ਸਾਹਿਬ ਨੇ ਕਮਿਟ ਕਰਤਾ ਉੱਤੇ ਸੈਸ਼ਨ ਕੋਰਟ ਨੂੰ। ਸੋ ਹੁਣ ਜਿਹੜੀ ਨੈਕਸਟ ਡੇਟ ਹੈ ਉਸ ਤੇ ਫਰੇਮਿੰਗ ਆਫ ਚਾਰजेस ਹੁੰਦੇ ਆ ਜੀ, ਚਾਰजेस ਫਰੇਮ ਹੁੰਦੇ ਆ। ਹੁਣ ਕੱਲ ਦੇ ਮੂਵਡ ਦਾ ਹਾਈ ਕੋਰਟ ਫॉर द ਸਟੇ ਆਫ ਪ੍ਰੋਸੀਡਿੰਗਸ ਕਿ ਸਾਨੂੰ ਕੋਈ ਡਾਕੂਮੈਂਟਸ ਨਹੀਂ ਮਿਲੇ। ਉਹ ਹੁਣ ਸਾਰੇ ਕੋਈ ਦੇਖੋ, ਬੱਚਾ ਦਾ ਕੋਈ ਹੈ ਨਹੀਂ, ਸਾਰਿਆਂ ਨੂੰ ਪਤਾ, ਦੇ ਆਰ ਜਸਟ ਵਾਂਟਿੰਗ ਟੂ ਡਿਲੇ ਦਾ ਟ੍ਰਾਇਲ, ਬਸ ਬਿਕੋਜ਼ ਇਹਨਾਂ ਨੂੰ ਸਾਰੇ ਲੂਪ ਹੋਲਸ ਪਤਾ ਹੈ, ਇੱਕ ਤੋਂ ਇੱਕ ਐਪਲੀਕੇਸ਼ਨਸ ਪਾ ਰਹੇ ਕਿ ਜਸਟ ਟੂ ਡਿਲੇ ਇਟ। ਬਟ ਚਲੋ ਭਜਦਿਆਂ ਨੂੰ ਵਾਣ ਭਾਜੀ ਇੱਕੋ ਜਿਹੇ ਹੁੰਦੇ ਆ। ਮੈਂ ਕੋਈ ਕਿਸੇ ਨੂੰ ਧਮਕੀ ਨਹੀਂ ਦੇ ਰਿਹਾ, ਕੁਝ ਨਹੀਂ ਕਰ ਰਿਹਾ, ਲੀਗਲੀ ਅਸੀਂ ਬੈਟਲ ਫਾਈਟ ਕਰਾਂਗੇ ਐਂਡ ਆਹ ਬੰਦੇ ਅਸੀਂ ਛੱਡਣੇ ਨਹੀਂ। whoever is involved in the murder of my brother, we will see to it that he will be behind the bars very soon, and legally we will follow up everything legally। ਰੱਬ ਵੀ ਹੈਗਾ ਨਾ, ਉਹ ਆਪੇ ਦੇਖੂਗਾ। ਉਹਨੂੰ ਪਤਾ, ਮੈਨੂੰ ਪਤਾ, ਕਰਨ ਵਾਲੇ ਨੂੰ ਪਤਾ, ਕਲਿਆਣੀ ਨੂੰ ਪਤਾ ਵੀ ਮੈਂ ਕੀਤਾ। ਬਿਲਕੁਲ ਉਹਦੀ ਆਤਮਾ ਨੂੰ ਪਤਾ, ਸਬੀਨਾ ਨੂੰ ਪਤਾ, ਪਰਮਿੰਦਰ ਨੂੰ ਪਤਾ। ਮੈਨੂੰ ਇਹ ਆਉਂਦਾ, ਹੈਰਾਨੀ ਇਹ ਆਉਂਦੀ ਹੈ ਵੀ ਕੁਰਸੀ ਨਾਲ ਚਿਪਕੀ ਕਿਉਂ ਬੈਠੀ ਹੈ। ਕਿਸੇ ਹੋਰ ਬੰਦੇ ਨੂੰ ਇੰਨੀ ਹੋ ਜੇ, ਪਤਾ ਲੱਗ ਜੇ ਮੇਰੀ ਧੀ ਨੇ ਆਹ ਕੁਛ ਕੀਤਾ, ਅਗਰ ਉਹਦੇ ਹੀ ਰਿਜ਼ਾਈਨ ਕਰਕੇ ਘਰੇ ਬੈਠ ਜਾਂਦੀ। ਕੋਈ ਮੋਰਲ ਵੀ ਡਿਊਟੀ ਹੁੰਦੀ ਹੈ ਬੰਦੇ ਦੀ ਵੀ ਮੇਰੀ ਬੇਟੀ ਨੇ ਆਹ ਕੁਛ ਕੀਤਾ, ਕੁਰਸੀ ਦੇ ਨਾਲ ਚਿਪਕੀ ਬੈਠੀ ਹੈ। ਉਹ ਤਾਂ ਕਿੰਨੀ ਕੁ ਦੇਰ ਉਹ ਬੈਠੀ ਰਹੂ? ਕੋਈ ਰੱਬ ਦੀ ਕੁਰਸੀ ਥੋੜੀ ਹੈ, ਉਹ ਜੱਜ ਦੀ ਕੁਰਸੀ ਹੈ, ਉਹ ਤੇ ਸਭ ਨੇ ਰਿਟਾਇਰ ਹੋ ਜਾਣਾ, ਸਾਰਿਆਂ ਨੇ। ਬਿਲਕੁਲ ਸੋ ਬਹੁਤ ਬਹੁਤ ਧੰਨਵਾਦ। ਸਾਡਾ ਵੀ ਮਕਸਦ ਇਹੀ ਸੀ ਇਸ ਇੰਟਰਵਿਊ ਦੇ ਨਾਲ ਕਿ ਬੇਸ਼ੱਕ ਕਤਲ ਜਿਸਨੇ ਕੀਤਾ ਇਹ ਤਾਂ ਜਾਂਚ ਦਾ ਵਿਸ਼ਾ ਹੈ। ਜਿਹੜੀਆਂ ਸਾਡੀਆਂ ਇੱਥੇ ਏਜੰਸੀਜ਼ ਨੇ ਉਹਨਾਂ ਨੇ ਦੇਖਣਾ ਕਿ ਕੌਣ ਇਸ ਮਰਡਰ ਕੇਸ ਦੇ ਪਿੱਛੇ ਹੈ, ਪਰ ਇੰਨਾ ਸਾਫ਼ ਹੈ ਕਿ ਦਿਨ ਦਿਹਾੜੇ ਇੱਕ ਹੋਣਹਾਰ ਨੌਜਵਾਨ ਦਾ ਕਤਲ ਹੋ ਜਾਂਦਾ ਹੈ। 8 ਸਾਲ ਇਸ ਕਤਲ ਨੂੰ ਹੋ ਗਏ ਨੇ, ਪਰ ਹਾਲੇ ਤੱਕ ਜਿਹੜਾ ਇਨਸਾਫ ਨਹੀਂ ਮਿਲਿਆ, ਚਾਹੇ ਉਹ ਕਿਸੇ ਵੀ ਤਰੀਕੇ ਦੇ ਨਾਲ ਹੋਵੇ। ਹਾਲੇ ਤੱਕ ਇਹ ਨਹੀਂ ਪਤਾ ਚੱਲਿਆ ਕਿ ਕੌਣ ਇਸ ਮਰਡਰ ਦੇ ਵਿੱਚ ਜਿਹੜਾ ਕਿਹਦਾ ਹੱਥ ਸੀ, ਤੇ ਜਿਹੜਾ ਆਰੋਪੀ ਹੈ ਉਹ ਹਾਲੇ ਤੱਕ ਬਾਹਰ ਖੁੱਲ੍ਹੇਆਮ ਘੁੰਮ ਰਿਹਾ ਹੈ। ਸੋ ਇਹ ਵੱਡੇ ਸਵਾਲ ਨੇ, ਇਹਨਾਂ ਸਵਾਲਾਂ ਦੇ ਨਾਲ ਤੁਹਾਨੂੰ ਛੱਡ ਕੇ ਜਾਂਦੇ ਹਾਂ। ਧੰਨਵਾਦ।